ਪਾਇਆ। ਕਿਰਪਾ ਤੇ ਸੁਖ ਪਾਇਆ। ਕਿਰਪਾ ਤੇ ਸੁਖ ਪਾਇਆ। ਏਕ 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 ਤੂੰ ਹੀ, ਏਕ ਏਕ ਤੂੰ ਰਾਇਆ। ਏਕ 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 ਤੂੰ ਹੀ, ਏਕ ਏਕ ਤੂੰ ਰਾਇਆ। ਤਉ ਕਿਰਪਾ ਤੇ ਸੁਖ ਪਾਇਆ। 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 ਏਕ 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 ਤੂੰ ਹੀ, ਏਕ ਏਕ ਤੂੰ ਰਾਇਆ। ਏਕ 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 ਤੂੰ ਹੀ, ਏਕ ਏਕ ਤੂੰ ਰਾਇਆ। ਏਕ ਏਕ ਤੂੰ ਰਾਇਆ। ਏਕ ਏਕ ਤੂੰ ਰਾਇਆ। ਵਾਹਿਗੁਰੂ। ਤੇਗ ਬਹਾਦਰ ਸਿਮਰਿਆ, ਘਰ ਨਾਉ ਨਿਤ ਆਵੈ ਥਾਇ। ਸਭ ਥਾਈ ਹੋਏ ਸਹਾਈ। ਸਭ ਥਾਈ ਹੋਏ ਸਹਾਈ। ਤੇਗ ਬਹਾਦਰ ਸਿਮਰਿਆ, ਘਰ ਨਾਉ ਨਿਤ ਆਵੈ ਥਾਇ। ਸਭ ਥਾਈ ਹੋਏ ਸਹਾਈ। ਸਭ ਥਾਈ ਹੋਏ ਸਹਾਈ। ਪ੍ਰਥਮ ਪੰਗਾਤੀ ਸਿਮਰ ਕੇ, ਗੁਰੂ ਨਾਨਕ ਲਈ ਧਿਆਏ। ਅੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਈ। ਅਰਜਨ ਹਰ ਗੋਬਿੰਦ ਨੂੰ, ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ, ਜਿਸ ਡਿਠੇ ਸਭ ਦੁਖ ਜਾਏ। ਜਿਸ ਡਿਠੇ ਸਭ ਦੁਖ ਜਾਏ। ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ, ਘਰ ਨਾਉ ਨਿਤ ਆਵੈ ਥਾਇ। ਸਭ ਥਾਈ ਹੋਏ ਸਹਾਈ। ਸਭ ਥਾਈ ਹੋਏ ਸਹਾਈ। ਤੇਗ ਬਹਾਦਰ ਸਿਮਰਿਆ, ਘਰ ਨਾਉ ਨਿਤ ਆਵੈ ਥਾਇ। ਸਭ ਥਾਈ ਹੋਏ ਸਹਾਈ। ਸਭ ਥਾਈ ਹੋਏ ਸਹਾਈ। ਸਭ ਥਾਈ ਹੋਏ ਸਹਾਈ। ਸਭ ਥਾਈ ਹੋਏ ਸਹਾਈ। ਤੇਗ ਬਹਾਦਰ ਸਿਮਰਿਆ, ਘਰ ਨਾਉ ਨਿਤ ਆਵੈ ਥਾਇ। ਸਭ ਥਾਈ ਹੋਏ ਸਹਾਈ। ਸਭ ਥਾਈ ਹੋਏ ਸਹਾਈ। ਵਾਹਿਗੁਰੂ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਸਿਰ ਸ਼ਾਹਾਂ ਪਾਤਸ਼ਾਹ ਨਿਹਚਲ ਚੌਰ ਛਤ। ਬੜੀ ਵੱਡੇ ਵੱਡਾ ਭਾਰ ਤੇਰਾ ਮਰਤਬਾ, ਰੰਗਾਂ ਕਰਤਵਾ ਜੀ ਅੰਦਰ ਜੀ ਸਭ ਜਾਣ ਲਾ। ਸਭ ਕੁਛ ਤੇਰੇ ਵਾਸਤੇ ਤੇਰਾ ਕਰ ਭਲਾ। ਤੇਰਾ ਘਰ ਨਾ ਦੁਧਾਈ ਦੁਧ ਘਰ, ਮਾਨਤ ਤੇ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦਿਸੈ ਜਤ ਕਥਾ, ਨਾਨਕ ਦਾਸਨ ਦਾਸ ਤੁਰਿਆ ਕੈ ਬਿਨਵਤਾ ਬਿਨਵਤਾ ਬਿਨਵਤਾ। ਪੌੜੀ ਵੱਡੀ ਵੱਡਾ ਪਾਰ ਤੇਰਾ ਅੰਮ੍ਰਿਤਮਾ ਰੰਗ ਪ੍ਰੰਗ ਨੇਕ ਨਾ ਜਾਪਨ ਕਰਤਵਾ। ਜੀਆਂ ਅੰਦਰ ਜੀਓ ਸਭ ਕਿਛ ਜਾਣ ਲਾ। ਸਭ ਕਿਛ ਤੇਰਾ ਵਸ ਤੇਰਾ ਘਰ ਭਲਾ ਤੇਰਾ। ਘਰ ਆਨੰਦ ਵਧਾਈ ਤੁਧ ਘਰ ਮਾਨ ਮਹੱਤਾ ਤੇਜ। ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਤਾ। ਨਾਨਕ ਦਾਸਨ ਦਾਸ ਤੁਧ ਆਗੈ ਬਿਨਵਤਾ ਬਿਨਵਤਾ ਸਲੋਕ। ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਸਰਾ ਦੇ ਦਾਈ ਦਾਇਆ। ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ।
ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਗੁਰੂ ਨਾਨਕ ਪਾਦ ਬੰਧਨ ਸਿਮਰੋ ਅੰਗਦ ਦੁਖ ਨਿਬੰਧਨ। ਗੁਰ ਅਮਰਦਾਸ ਹਿਰਦਾ ਨਿਤ ਸ੍ਰੀ ਗੁਰੂ ਰਾਮਦਾਸ ਗੁਣ। ਗੁਰੂ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੀ। ਹਰ ਗੋਬਿੰਦ ਸ਼ੋਭ ਸੁਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇ ਤਰੋਂ ਤਰਾ ਪਰ ਪੁੰਨ ਪੁੰਨ ਸੀਸ ਜੀ ਪੁੰਨ ਪੁੰਨ। ਬੰਦਾ ਬਾਰੰਬਾਰ ਦੀਸ਼ਾ ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਦਰ ਆਗੇ ਹੋਏ ਠੰਡ ਤਬ ਦੇਖੀ ਪੀਰ ਅਪਾਰ। ਅੰਤਰ ਪ੍ਰਵਿਸ਼ੈ ਕੋ ਨਹੀਂ ਕਰੇ ਤਹਾਂ ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ, ਛਤਰ, ਤਖਤ ਦੇ ਮਾਲਕ,
वालिए कुल आलम राजान राज पानान पान देवान देव उपमा महान। सतगुरु श्री गुरु तेग बहादुर जी महाराज धन सतगुरु श्री गुरु ग्रंथ साहिब सच्चे पातशाह जी महाराज तिन्हां दी पावन पवित्र मुबारक गोद दे अंदर भावना अदब अकीदत नाल नमस्कार करके सतगुरु महाराज जियां दे पावन पवित्र मुबारक इतिहास की कथा वार्ता सरवण करन हित सतगुरु महाराज जियों के पावन चरना विच हाजिर होए हो। श्री गुरु नानक देव महाराज सच्चे पातशाह जियां दे पावन मुबारक जीवन की कथा दे प्रसंग सरवण कर रहे हाँ। जगत गुरस्वामी जगत का उद्धार करदियां होया सियालकोट पहुंचे हैं। कौतक महाराज सच्चे पातशाह जी ने वरताए भाई साहब भाई मरदाना जी नूं भेजिया जाओ बाजार दे विचों सच ते झूठ खरीद करके लैके आओ। बाजार दे अंदर बैठे हुए दुकानदार वो भी पहला तो एक बारी आए हुए इस नवे गाहक नूं जो मंग रहा है वेख करके हैरान होए भी मंग अजिही तां शै कदे वस्तु किसे मंगी कोई नहीं। दुकान दे उपर बैठे हुए एक भाई मूले नाम दे दुकानदार ने भाई मरदाना जियां नूं कागज दे उपर लिख के दे दिता मरना सच जिउणा झूठ। सतगुरु गुरु नानक देव महाराज सच्चे पातशाह जियां दे नाल उथे ही मेल होया है। सतगुरु गुरु नानक देव महाराज सच्चे पातशाह जी नाल ही भाई मूला जी नूं भी नाल ही लैके जगत दे उद्धार वास्ते महाराज अगे नूं तुरदे हन। वख-वख थावां तो हुंदियां होया महाराज एक थाए पहुंचे नगर दे अंदर। सतगुरु महाराज सच्चे पातशाह जी ने पुछना की भी आ फलानी थां ते इन्नी भीड़ क्यों उमड़ी हुई है। महाराज शौ सुहागन नाम का एक फकीर रहिंदा है, कहंदा है भी मैं परमात्मा मेरे कोल आउंदा है, परमात्मा मेरे नाल बैठ के गल्लां बातां करदा है। हुण साध संगत जीओ संसार दियां लोकां नूं तां चतराइयां नाल ठग्या जा सकदा है ते जो होवे ही परिपूर्ण परमात्मा दा स्वयं रूप उन्हां नूं कोई किस प्रकार ठग सकदा है, किस प्रकार कोई हनेरे विच रख सकदा है। सतगुरु गुरु नानक देव महाराज जी कहंदे आओ भाई मरदाना जियां नूं कहा आओ नाल आओ इस पाखंडी का भी जिहड़ा पाज है ये भी आपां उधेड़ना करिए। जो भोले भा लोक हन जो इहदे उपर आसां करी बैठे हन कि ये सानू भवजल तो पार उतारेगा, आओ जगत दे लोकां नूं आपां सिद्धे मार्ग वल प्रेरणा करिए। रात महाराज सच्चे पातशाह एक बिरध माई दे घर दे अंदर उत्थे ठहरे हन। सवेर होई पातशाह जी उहदे डेरे वल उहदे थां वल जिथे उहदा टिकाणा सी शौ सुहागन नामक फकीर दा धन गुरु नानक देव महाराज सच्चे पातशाह जी उहदे द्वारे ते उस थां ते पहुंच गए। इथों तक साध संगत जीओ कल रोज दे प्रसंगां विच सरवण कीता सी पावन पवित्र कथा वार्ता। आओ पावन पवित्र सतगुरु महाराज जियां दी निर्मल विचार कथा कहानी अगे प्रारंभ करिए। प्रारंभता तो पहला कोई पेरस ना वांझी ना रहे। उचारण करो जी सतनाम श्री वाहिगुरु साहिब जी। सतनाम श्री वाहिगुरु साहिब जी। दोहरा दर आगे वै ठंड तब
ਦੇਖੀ ਭੀਰ ਅਪਾਰ। ਹੁਣ ਉਹਦੇ ਦਰਵਾਜ਼ੇ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚੇ ਹਨ। ਬੜੀ ਵੱਡੀ ਭੀੜ ਬਾਹਰ ਲੋਕਾਂ ਦੀ ਲੱਗੀ ਹੋਈ ਹੈ। ਅੰਤਰ ਪ੍ਰਵਸ਼ੈ ਕੋ ਨਹੀਂ, ਕਰੇ ਤਹਾਂ ਨਮਸਕਾਰ। ਆਗਿਆ ਨਹੀਂ ਕਿਸੇ ਨੂੰ ਅੰਦਰ ਦਰਵਾਜ਼ਾ ਖੋਲ ਕੇ ਅੰਦਰ ਜਾਣ ਦੀ। ਸਾਰੇ ਬਾਹਰ ਤੋਂ ਹੀ ਦਹਲੀਜ਼ ਤੋਂ ਹੀ ਮੱਥਾ ਟੇਕ ਕੇ ਨਮਸਕਾਰ ਕਰਕੇ ਜਾ ਰਹੇ ਹਨ। ਚੌਪਈ ਅੰਤਰ ਜਾਨ ਲਗੇ ਸ਼੍ਰੀ ਪ੍ਰਭ ਜਬ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਭਾਈ ਮਰਦਾਨਾ ਜੀ ਸੰਗੀਆਂ ਦੇ ਨਾਲ ਜਿਸ ਵਕਤ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦਰਵਾਜ਼ੇ ਤੋਂ ਅੰਦਰ ਜਾਣ ਲੱਗੇ, ਜੇ ਦਰਵਾਨ ਕਏ ਬਚ ਤਿਨ ਤਬ। ਇੱਕੋ ਦਮ ਜੋ ਦਰਵਾਜ਼ੇ ਤੇ ਦਰਵਾਨ ਸੀ, ਪਹਿਰੇਦਾਰ ਸੀ ਖਲੋਤਾ ਉੱਥੇ, ਮਹਾਰਾਜ ਦਹਲੀਜ਼ ਟੱਪਣ ਲੱਗੇ, ਪਾਤਸ਼ਾਹ ਨੂੰ ਹੱਥ ਦੇ ਕੇ ਰੋਕ ਲਿਆ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਅੱਗੇ ਨਾ ਜਾਣ ਦਿੱਤਾ। ਅੰਤਰ ਹੁਕਮ ਜਾਨ ਕੋ ਨਾਈ। ਕਹਿੰਦਾ ਜੀ ਸਾਡੇ ਫਕੀਰ ਦਾ ਹੁਕਮ ਹੈ, ਅੰਦਰ ਜਾਣ ਦੀ ਆਗਿਆ ਨਹੀਂ, ਤੁਹਾਨੂੰ ਹੁਕਮ ਨਹੀਂ, ਤੁਸੀਂ ਅੰਦਰ ਜਾ ਸਕਦੇ ਹੋ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਇਹ ਬਚਨ ਕਹਿ ਕੇ ਉਹਦੇ ਫਕੀਰ ਦੇ ਅੱਗੇ ਜਿਹੜੇ ਚੇਲੇ ਸਨ ਜਾਂ ਜੋ ਪਹਿਰੇਦਾਰ ਦਰਵਾਨ ਖਲੋਤੇ ਸਨ ਦਰਵਾਜ਼ੇ ਤੇ, ਕਹਿੰਦੇ ਜੀ ਅੰਦਰ ਜਾਣ ਦੀ ਆਗਿਆ ਨਹੀਂ ਹੈ। ਦਰ ਪੁਰਜ਼ਾਰਤ ਕਰ ਮੁਰਜਾਈ। ਕਹਿੰਦੇ ਤੁਸੀਂ ਇੱਕ ਕੰਮ ਕਰੋ, ਇੱਥੇ ਹੀ ਜ਼ਿਆਰਤ ਕਰ ਲਓ, ਇੱਥੇ ਹੀ ਤੁਸੀਂ ਯਾਤਰਾ ਕਰ ਲਓ। ਕਹਿ ਲਈਏ ਵੀ ਤੁਸੀਂ ਇੱਥੇ ਹੀ ਮੱਥਾ ਟੇਕ ਲਓ ਜਿਵੇਂ ਬਾਕੀ ਸਾਰੇ ਕਰ ਰਹੇ ਹਨ, ਅੰਦਰ ਨਾ ਜਾਓ। ਤੁਸੀਂ ਇੱਥੇ ਹੀ ਨਮਸਕਾਰ ਕਰਕੇ ਤੁਸੀਂ ਇੱਥੋਂ ਹੀ ਵਾਪਸ ਚਲੇ ਜਾਓ। ਗੁਰੂ ਕਹੇ ਤੈਂ ਕੋ ਸੁਧ ਦੀਜੈ। ਜਗਤ ਗੁਰ ਸਵਾਮੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜਾਓ, ਆਪਣੇ ਗੁਰੂ ਆਪਣੇ ਫਕੀਰ ਨੂੰ ਤੁਸੀਂ ਜਾ ਕੇ ਸਾਡਾ ਸੁਨੇਹਾ ਦੇਵੋ। ਦਰ ਠਾਂਡੇ ਦਰਵੇਸ਼ ਲਖੀਜੈ। ਜਾ ਕੇ ਉਹਨੂੰ ਕਹਿਣਾ ਕਰੋ ਵੀ ਤੇਰੇ ਦਰਵਾਜ਼ੇ ਤੇ ਦਰਵੇਸ਼ ਲੋਕ ਆਏ ਹਨ, ਤੁਸੀਂ ਜਾ ਕੇ ਮੇਰੇ ਵੱਲੋਂ ਇਹ ਸੁਨੇਹਾ ਦੇਣਾ ਕਰੋ ਵੀ ਤੇਰੇ ਦੁਆਰੇ ਤੇ ਇਸ ਥਾਂ ਤੇ ਦਰਵੇਸ਼ ਲੋਕ ਆਏ ਹਨ। ਤੁਮ ਦਰਸ਼ਨ ਕੀ ਹੈ ਚਿਤ ਚਾਈ। ਹੁਣ ਮਹਾਰਾਜ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਉਹਦੇ ਪਰਦੇ ਢੱਕ ਰਹੇ ਹਨ। ਸੌ ਸੁਹਾਗਨ ਨਾਮਕ ਫਕੀਰ ਦੇ ਮਹਾਰਾਜ ਕਹਿੰਦੇ ਜਾਓ ਉਹਨੂੰ ਜਾ ਕੇ ਕਹੋ ਵੀ ਦਰਵੇਸ਼ ਲੋਕ ਆਏ ਹਨ ਤੇਰੇ ਦਰਸ਼ਨ ਕਰਨ ਵਾਸਤੇ। ਹੁਣ ਮਹਾਰਾਜ ਜੀਆਂ ਨੇ ਤਾਂ ਦਰਸ਼ਨ ਤਾਂ ਨਹੀਂ, ਮਹਾਰਾਜ ਜੀ ਤਾਂ ਉਹਦੇ ਪਰਦੇ ਢੱਕ ਹੀ ਰਹੇ ਨੇ, ਉਹਨੂੰ ਸੁਧਾਰਨਾ ਚਾਹੁੰਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜਾਓ ਭਾਈ ਤੁਸੀਂ ਉਹਨੂੰ ਸੁਨੇਹਾ ਦੇਵੋ, ਦਰਵੇਸ਼ ਲੋਕ ਆਏ ਹਨ ਤਥਾ ਤੇਰੇ ਦਰਸ਼ਨਾਂ ਦੀ ਜਿਨ੍ਹਾਂ ਨੂੰ ਬੜੀ ਚਾਹਨਾ ਹੈ। ਆਇਸ ਹੋਏ ਤਾਂ ਆਵੇਂ ਪਾਹੀ। ਜੇ ਉਹ ਆਗਿਆ ਦਵੇ ਤਾਂ ਤੁਹਾਡੇ ਕੋਲ ਜਾਂ ਇਸ ਥਾਂ ਤੇ ਅੰਦਰ ਆ ਜਾਣ। ਠਾਂਡੇ ਹੋਏ ਦੂਰ ਦਰਵਾਨਾ। ਉਹ ਦੂਰ ਸੀ ਜੋ ਦਰਵਾਨ ਪਹਿਰੇਦਾਰ ਆਪਣੇ ਫਕੀਰ ਗੁਰੂ ਤੋਂ ਜਿਹੜਾ ਦੂਰ ਖਲੋਤਾ ਹੋਇਆ ਸੀ। ਜਾਏ ਤਾਂ ਸੋ ਬਚਨ ਬਖਾਨਾ। ਉਹ ਹੌਲੀ ਹੌਲੀ ਅੰਦਰ ਉਸ ਥਾਂ ਤੇ ਗਿਆ ਫਕੀਰ ਦੇ ਕੋਲ, ਸੌ ਸੁਹਾਗਨ ਨਾਮਕ ਫਕੀਰ ਦੇ ਕੋਲ, ਤੇ ਜਾ ਕੇ ਉਹ ਜੋ ਮਹਾਰਾਜ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਬਚਨ ਕਹੇ ਨੇ, ਉਹ ਪਾਤਸ਼ਾਹ ਜੀ ਦੀ ਜਾਣ ਦੀ ਅੰਦਰ ਜਾਣ ਦੀ ਆਗਿਆ ਲੈਣ ਵਾਸਤੇ ਗਿਆ ਹੈ। ਦਰ ਦਰਵੇਸ਼ ਤੁਮਾਰੇ ਆਏ। ਉਹ ਕਿਆ ਕਹਿੰਦੇ ਜੀ ਤੁਹਾਡੇ ਦਰਵਾਜ਼ੇ ਤੇ ਸਥਾ ਤੇ ਫਕੀਰ ਲੋਕ ਦਰਵੇਸ਼ ਲੋਕ ਸੰਤ ਲੋਕ ਆਏ ਹਨ। ਮਿਲਨ ਚਾਹ ਰਾਵਰ ਅਧਿਕਾਏ। ਵੱਡੀ ਗੱਲ ਉਹ ਹੈ ਵੀ ਬਾਕੀ ਤਾਂ ਲੋਕ ਉਥੋਂ ਮੱਥਾ ਟੇਕ ਕੇ ਮੁੜ ਗਏ, ਪਰ ਉਹ ਕਹਿੰਦੇ ਹਨ ਅੰਦਰ ਮਿਲ ਕੇ ਜਾਣਾ ਹੈ, ਅੰਦਰ ਤੁਹਾਡੇ ਨਾਲ ਕੋਈ ਗੁਫ਼ਤਗੂ ਵਾਰਤਾਲਾਪ ਕਰਕੇ ਜਾਣੀ ਹੈ। ਉਹ ਸਾਨੂੰ ਇਸ ਪ੍ਰਕਾਰ ਕਹਿ ਰਹੇ ਹਨ, ਜੋ ਅਬ ਆਇਸ ਹੋਈ ਤੁਮਾਰੀ। ਜੇ ਫਕੀਰ ਜੀ ਤੁਹਾਡੀ ਆਗਿਆ ਹੋਵੇ, ਅਜੇ ਤਾਂ ਮੈਂ ਰੋਕ ਲਏ ਹਨ। ਇਹ ਸ਼ਬਦ ਪਹਿਰੇਦਾਰ ਕਹਿ ਰਿਹਾ ਹੈ ਅੰਦਰ ਸੌ ਸੁਹਾਗਨ ਨਾਮਕ ਫਕੀਰ ਨੂੰ, ਕਹਿੰਦੇ ਜੇ ਤੁਹਾਡੀ ਆਗਿਆ ਹੋਵੇ ਕਰ ਹੈ ਜਾਰਤ ਆਏ ਅਗਾਰੀ। ਉਹ ਅੱਗੇ ਆ ਜਾਣ, ਮੈਂ ਤੁਹਾਡੇ ਤੋਂ ਇਹ ਆਗਿਆ ਲੈਣ ਵਾਸਤੇ ਆਇਆ ਹਾਂ। ਜੇ ਤੁਹਾਡੀ ਆਗਿਆ ਹੋਵੇ ਕਿ ਉਹ ਤੁਹਾਡੇ ਦਰਸ਼ਨ ਕਰਨ ਵਾਸਤੇ ਅੰਦਰ ਅੱਗੇ ਆ ਜਾਣ। ਉੱਤਰ
ਪੁੱਤਰ ਦੀਨ ਪਖੰਡੀ ਗਾਡੇ। ਉਹ ਵੱਡੇ ਪਖੰਡੀ, ਜਿਹੜਾ ਬੜਾ ਗਾਢੇ ਪਖੰਡੀ, ਨਾਲ ਸ਼ਬਦ ਲਿਖੇ ਵੀ ਬੜਾ ਗਾੜਾ ਪਖੰਡੀ ਹੈ। ਮਹਾਰਾਜ ਜੀਆਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਅੰਦਰ ਅਨੇਕਾਂ ਥਾਵਾਂ ਤੇ ਅਜਿਹੇ ਪਖੰਡੀਆਂ ਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਪਾਜ ਉਧੇੜਿਆ, ਜੋ ਜਗਤ ਨੂੰ ਤਾਂ ਹੋਰ ਪ੍ਰਕਾਰ ਦੇ ਨਾਲ ਵਿਖਾਉਂਦੇ ਹਨ ਪਰ ਕਾਰਜ ਅੰਦਰ ਸਿੱਧੇ ਨਹੀਂ ਹਨ। ਉਸ ਪਖੰਡੀ ਨੇ ਇੱਕੋ ਦਮ ਕ੍ਰੋਧ ਧੋ ਕੇ ਬਚਨ ਕਹੇ, ਬਰਜੋ ਦਰ ਪਰ ਰਾਖੋ ਠਾਂਡੇ। ਕਹਿੰਦਾ ਨਾ ਨਾ ਇਸ ਪਾਸੇ ਨਾ ਅੰਦਰ ਨਾ ਕਿਸੇ ਨੂੰ ਆਉਣ ਦਿਓ, ਬਸ ਉਹਨਾਂ ਨੂੰ ਤੁਸੀਂ ਦਰਵਾਜ਼ੇ ਤੇ ਇੱਥੇ ਹੀ ਰੋਕ ਕੇ ਰੱਖੋ, ਅੰਦਰ ਨਹੀਂ ਕਿਸੇ ਨੂੰ ਤੁਸਾਂ ਨੇ ਆਉਣ ਦੇਣਾ। ਆਜ ਹੋਤ ਮੁਝ ਸ਼ੌਕੋ ਦਰਸ਼ਨ। ਕਹਿੰਦੇ ਅੱਜ ਤਾਂ ਮੇਰਾ ਪ੍ਰਭੂ ਦੇ ਨਾਲ, ਪ੍ਰਮਾਤਮਾ ਦੇ ਨਾਲ ਸ਼ੌ ਦੇ ਦੀਦਾਰ ਹੋਣੇ ਹਨ। ਨੈ ਅਵਲੋਕੋਂ ਕਿਸ ਇਕ ਤਿਸ ਬਿਨ। ਕਹਿੰਦੇ ਮੈਂ ਤਾਂ ਉਸ ਪਰਮਾਤਮਾ ਤੋਂ ਬਿਨਾ ਹੋਰ ਕਿਸੇ ਦੇ ਦਰਸ਼ਨ ਹੀ ਨਹੀਂ ਕਰਨੇ। ਸ਼ੌ ਸੁਹਾਗਨ ਨਾਮਕ ਫਕੀਰ ਲੱਗਾ ਕਹਿਣ, ਕਹਿੰਦੇ ਮੈਂ ਤਾਂ ਉਹਦੇ ਤੋਂ ਬਿਨਾ ਹੋਰ ਕਿਸੇ ਦੇ ਦਰਸ਼ਨ ਕਰਨੇ ਹੀ ਨਹੀਂ। ਅੱਜ ਕੋਈ ਵੀ ਜੇ ਕੋਈ ਆਇਆ ਹੈ, ਭਾਵੇਂ ਉਹ ਸੰਤ ਲੋਕ ਆਏ ਹਨ, ਦਰਵੇਸ਼ ਲੋਕ ਆਏ ਹਨ, ਉਹਨਾਂ ਨੂੰ ਤੁਸੀਂ ਅੰਦਰ ਨਾ ਆਉਣ ਦਿਓ। ਇੱਕ ਪਰਮਾਤਮਾ ਤੋਂ ਬਿਨਾ ਮੈਂ ਹੋਰ ਕਿਸੇ ਦੇ ਦਰਸ਼ਨ ਹੀ ਨਹੀਂ ਕਰਨੇ। ਸੁਨ ਦਰਵਾਨ ਸੋ ਆਏ ਬਖਾਨੀ। ਦਰਵਾਨੇ ਆ ਕੇ, ਪਹਿਰੇਦਾਰ ਨੇ ਆਣ ਕੇ ਉਸੇ ਤਰ੍ਹਾਂ ਉਹਨੇ ਰਿਪੀਟ ਕਰ ਦਿੱਤਾ, ਉਹਨੇ ਉਸੇ ਤਰ੍ਹਾਂ ਕਹਿ ਦਿੱਤਾ ਜੋ ਅੱਗੋਂ ਨੂੰ ਸੁਨੇਹਾ ਮਿਲਿਆ। ਸੌ ਸੁਹਾਗਨ ਨੇ ਜਿਵੇਂ ਅੱਗੋਂ ਹੁਕਮ ਕੀਤਾ, ਉਹਨੇ ਵੀ ਆਣ ਕੇ ਪਾਤਸ਼ਾਹ ਜੀ ਨੂੰ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਉਸੇ ਲਹਿਜੇ ਵਿੱਚ ਆਣ ਕੇ ਕਹਿ ਦਿੱਤਾ। ਕਹਿੰਦੇ ਨਹੀਂ ਨਹੀਂ, ਆਗਿਆ ਨਹੀਂ ਮਿਲੀ ਅੰਦਰ ਜਾਣ ਦੀ, ਤੁਸਾਂ ਨੇ ਅੰਦਰ ਨਹੀਂ ਜਾਣਾ। ਬਿਗਸੇ ਪ੍ਰਭ ਤਵ ਦੰਬਨ ਹਾਨੀ। ਮਹਾਰਾਜ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਪਖੰਡਾਂ ਦਾ ਨਾਸ਼ ਕਰਨ ਵਾਲੇ, ਪਖੰਡੀਆਂ ਦਾ ਉਪਾਜ ਉਧੇੜਨ ਵਾਲੇ, ਲੋਕਾਂ ਦਾ ਭਰਮ ਨਿਵਾਰਨ ਵਾਲੇ ਮਹਾਰਾਜ ਕਹਿਣ ਲੱਗੇ, ਕਛੂ ਨਾ ਇਹਾ ਚਲੋ ਮਰਦਾਨਾ। ਇਹ ਭਾਈ ਮਰਦਾਨਾ ਜੀ, ਇਹ ਵਾਧੂ ਦੀ ਭੀੜ ਹੀ ਲੱਗੀ ਹੋਈ ਹੈ। ਇਹ ਬਾਹਰ ਜਿੰਨੀਆਂ ਲੰਬੀਆਂ ਲਾਈਨਾਂ ਕਤਾਰਾਂ ਲੱਗੀਆਂ ਹੋਈਆਂ ਹਨ, ਕੁਛ ਨਹੀਂ ਇੱਥੇ। ਇੱਥੇ ਕੇਵਲ ਪਖੰਡ ਹੈ, ਪਖੰਡ ਤੋਂ ਬਿਨਾ ਹੋਰ ਕੁਛ ਵੀ ਨਹੀਂ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀਓ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਬੋਲ ਅੱਜ ਵੀ ਉਸੇ ਤਰ੍ਹਾਂ ਹਨ। ਜਗਤ ਦੇ ਅੰਦਰ ਕਿਸ ਪ੍ਰਕਾਰ ਦੇ ਨਾਲ ਪਖੰਡੀਆਂ ਨੇ ਆਪੋ ਆਪਣੇ ਥਾਵਾਂ, ਵੱਡੇ ਵੱਡੇ ਡੇਰੇ ਆਦਿ ਬਣਾ ਲਏ, ਲੋਕਾਂ ਨੂੰ ਭਰਮ ਦੇ ਅੰਦਰ ਪਾਲ ਕਰਕੇ। ਤੇ ਜਦੋਂ ਕਰਤੂਤਾਂ ਜਗਤ ਦੇ ਵਿੱਚ ਜ਼ਾਹਰ ਹੋਈਆਂ, ਫਿਰ ਲੋਕ ਧਾਹਾਂ ਮਾਰ ਕੇ ਰੋਣ ਲੱਗੇ ਵੀ ਜਿਸ ਨੂੰ ਅਸੀਂ ਗੁਰੂ ਪੂਜ ਰਹੇ ਸਾਂ, ਉਹਨਾਂ ਨੇ ਸਾਡੇ ਨਾਲ ਕੀ ਘਾਲਣਾ ਘਾਲੀ ਹੈ, ਗੁਰੂਵਤ ਜਿਨ੍ਹਾਂ ਨੂੰ ਪੂਜ ਰਹੇ ਸਾਂ। ਤਾਂ ਹੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਹੈ। ਸ਼ਬਦ ਗੁਰੂ ਦੇ ਪੱਲਾ ਸਾਨੂੰ ਪਕੜਾਇਆ ਹੈ ਕਿ ਹੇ ਗੁਰੂ ਦੇ ਸਿੱਖਾ, ਤੇਰਾ ਗੁਰੂ ਇਹੋ ਹੈ, ਤੇਰਾ ਦਰਵਾਜ਼ਾ ਹੋਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦੁਆਰੇ ਤੋਂ ਬਿਨਾ ਤੂੰ ਹੋਰ ਕਿਸੇ ਦਰਵਾਜ਼ੇ ਤੇ ਜਾ ਕੇ ਨਾ ਬੈਠੀ। ਬਾਬਾ ਫਰੀਦ ਸਾਹਿਬ ਜੀ, ਫਰੀਦਾ ਬਾਰ ਪਰਾਇਆ ਬੈਸਨਾ, ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜਿਉ ਸ਼ਰੀਰੋਂ ਲੈ। ਪ੍ਰਮਾਤਮਾ ਮੈਂ ਤੇਰੇ ਦਰਵਾਜ਼ੇ ਤੋਂ ਬਿਨਾ, ਸਾਹਿਬ ਤੇਰੇ ਦੁਆਰੇ ਤੋਂ ਬਿਨਾ ਮੈਂ ਕਿਸੇ ਹੋਰ ਦਰਵਾਜ਼ੇ ਤੇ ਮੈਨੂੰ ਬੈਠਣ ਹੀ ਨਾ ਦੇਈ। ਤੇ ਜੇ ਐਵੇਂ ਦੀ ਨੌਬਤ ਆਉਣ ਵੀ ਲੱਗੀ, ਬਾਬਾ ਫਰੀਦ ਸਾਹਿਬ ਕਹਿ ਰਹੇ ਨੇ, ਜੇ ਐਵੇਂ ਦੀ ਨੌਬਤ ਆਉਣ ਵੀ ਲੱਗੀ ਤੇ ਇਦੋਂ ਪਹਿਲਾਂ ਭਾਵੇਂ ਬੇਸ਼ੱਕ ਮੈਨੂੰ ਚੁੱਕ ਲਵੀਂ ਸੰਸਾਰ ਤੋਂ। ਬਾਬਾ ਫਰੀਦ ਸਾਹਿਬ ਜੀਆਂ ਦਾ ਕੈਸਾ ਅੰਦਰ ਦ੍ਰਿੜ ਨਿਸ਼ਚਾ ਹੈ, ਅਕੀਦਾ ਕੈਸਾ ਹੈ ਪ੍ਰਮਾਤਮਾ ਦੇ ਨਾਲ। ਪਰ ਪਖੰਡੀਆਂ ਨੇ ਲੋਕਾਂ ਨੂੰ ਕਿਸ ਪ੍ਰਕਾਰ ਦੇ ਨਾਲ ਭਰਮਾਂ ਦੇ ਵਿੱਚ ਪਾਇਆ ਹੋਇਆ ਹੈ। ਆ ਨਿਤਾ ਪ੍ਰਤ ਆਪਾਂ ਅਖਬਾਰਾਂ ਦੇ ਵਿੱਚੋਂ ਪੜ੍ਹਨੇ ਹਾਂ, ਕਿਸ ਪ੍ਰਕਾਰ ਦੇ ਨਾਲ ਲੋਕਾਂ ਨੂੰ ਆਪਣੇ ਵਾਲੇ ਪਾਸੇ ਕਿਸ ਪ੍ਰਕਾਰ ਦੇ ਨਾਲ ਉਹ ਲਾਉਂਦੇ ਹਨ। ਪਿੱਛੇ ਜੀ ਖਬਰ ਵੀ ਪੜ੍ਹੀ ਕਿ ਕਿਸੇ ਪਖੰਡੀ ਆਦਿ ਦੇ ਕਹਿਣ ਤੇ ਕੋਈ ਸੱਜਣ ਨੂੰ ਕਹਿ ਦਿੱਤਾ, ਜਾ ਭਾਈ ਫਲਾਣਿਆ ਵੀ ਤੇਰਾ ਕਾਰਜ ਰਾਸ ਨਹੀਂ ਹੁੰਦਾ, ਜਾ ਨਹਿਰ ਦੇ ਅੰਦਰ 2 ਨਾਰੀਅਲ ਸੁੱਟ ਕੇ ਆ। ਇਹ ਸੱਚੀ ਖਬਰ ਅਖਬਾਰ ਦੇ ਅੰਦਰ ਲੱਗੀ। ਤੇ ਉਹ ਜਦੋਂ ਗਿਆ, ਸਾਧ ਸੰਗਤ ਜੀ, ਅਖਬਾਰ ਆਪਣਾ ਕਾਲੇ ਲਿਫਾਫੇ ਦੇ ਅੰਦਰ ਉਹਨੇ 2 ਲਿਫਾਫੇ ਧਰੇ ਸਨ ਸੀਟ ਦੇ ਉੱਤੇ। ਜਾਂਦਿਆਂ ਜਾਂਦਿਆਂ ਉਹਨੇ ਨਹਿਰ ਤੋਂ
ਕੰਡਕਟਰ ਸੀਟ ਵਾਲੇ ਪਾਸੇ ਉਹਨੇ ਸ਼ੀਸ਼ਾ ਡਾਊਨ ਕੀਤਾ, ਇੱਕੋ ਦਮ ਲਿਫਾਫਾ ਚੁੱਕ ਕੇ ਨਹਿਰ ਦੇ ਵਿੱਚ ਸੁੱਟ ਦਿੱਤਾ। ਭੁਲੇਖੇ ਦੇ ਨਾਲ ਜਿਸ ਲਿਫਾਫੇ ਦੇ ਅੰਦਰ ਪੈਸੇ ਪਏ ਹੋਏ ਸਨ, ਲੱਖ ਰੁਪਈਆ ਚੁੱਕ ਕੇ ਉਹ ਸੁੱਟ ਦਿੱਤਾ, ਜਿਹੜਾ ਨਾਰੀਅਲ ਵਾਲਾ ਲਿਫਾਫਾ ਉਹ ਕੋਲ ਰਹਿ ਗਿਆ। ਹੁਣ ਲੋਕਾਂ ਨੂੰ ਕਿਸ ਪ੍ਰਕਾਰ ਦੇ ਨਾਲ ਕਿਤਨੇ ਕਿਤਨੇ ਭਰਮਾਂ ਦੇ ਅੰਦਰ ਕਿਤਨੇ ਕਿਤਨੇ ਆਪਾਂ ਸਰਵਣ ਕਰਨੇ ਹਾਂ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੂਜਨ ਤੋਂ ਬਿਨਾਂ ਜਗਤ ਦੇ ਅੰਦਰ ਘੁੱਪ ਹਨੇਰਾ ਹੈ। ਭਾਵੇਂ ਕਥਾ ਵਾਰਤਾ ਅੰਦਰ ਜਿਤਨਾ ਮਰਜੀ ਕੋਈ ਕਹਿ ਦਵੇ, ਚਲੋ ਕਥਾ ਵਾਰਤਾ ਅੰਦਰ ਤਾਂ ਚਲੋ ਜਿਹੜੇ ਗੁਰੂ ਕੇ ਪਿਆਰ ਵਾਲੇ ਨੂੰ ਸਰਵਣ ਕਰਦੇ ਹਨ, ਜਿਹੜੇ ਹੋਰ ਅਨਮਤ ਵਾਲੇ ਪੜ੍ਹੇ ਲਿਖੇ ਲੋਕ ਵੀ ਭਾਵ ਉਹਨਾਂ ਦੇ ਪੂਜਕ, ਉਹਨਾਂ ਦੇ ਅਨਿਆਈ ਬਣਦੇ ਹਨ। ਹਾਂ, ਜਗਤ ਦੇ ਅੰਦਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀਆਂ ਨੇ ਨਾ ਇੱਕ ਕਵਿਤ ਦੇ ਅੰਦਰ ਇਹਦੇ ਪ੍ਰਥਾਏ ਬੜਾ ਸੋਹਣਾ ਨਿਰਣਾ ਕੀਤਾ। ਭਾਈ ਗੁਰਦਾਸ ਸਾਹਿਬ ਜੀਆਂ ਨੇ ਬੜਾ ਇਹਦੇ ਸੰਬੰਧ ਦੇ ਅੰਦਰ ਜੋ ਜਗਤ ਦੇ ਅੰਦਰ ਇਹ ਭਰਮ ਪਖੰਡ ਫੈਲਿਆ ਹੋਇਆ ਹੈ, ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ, ਕਹਿੰਦੇ ਕਿਸੇ ਨੇ ਰਸੋਈ ਵਿੱਚ ਜਾ ਕੇ ਨਾ ਫੱਕਾ ਮਾਰਿਆ, ਡੱਬਾ ਖੋਲ ਕੇ ਖੰਡ ਦੇ ਭੁਲੇਖੇ ਚੂਨ ਨੂੰ ਆਟੇ ਨੂੰ ਹੀ ਫੱਕਾ ਮਾਰ ਬੈਠਾ। ਪੀਸੀ ਖੰਡ ਕੋਲ ਪਈ ਸੀ, ਚਿੱਟਾ ਆਟਾ ਸਫੇਦ ਸੀ, ਭੁਲੇਖਾ ਖਾ ਗਿਆ, ਫੱਕਾ ਉਹਦਾ ਮਾਰ ਲਿਆ। ਸੁਨਹਿਰਾ ਰੰਗ ਸੋਨੇ ਦਾ, ਪਿੱਤਲ ਦਾ ਭੁਲੇਖਾ ਪੈ ਗਿਆ ਵੀ ਕਿਤੇ ਇਹੋ ਸੋਨਾ ਨਾ ਹੋਵੇ। ਭਾਈ ਗੁਰਦਾਸ ਸਾਹਿਬ ਜੀ ਲੱਗੇ ਕਹਿਣ, ਕਹਿੰਦੇ ਕਾਲਾ ਰੰਗ ਕੋਇਲ ਦਾ, ਕਾਲਾ ਰੰਗ ਕਾਂ ਦਾ, ਭੁਲੇਖਾ ਪੈ ਗਿਆ ਕਿਤੇ ਉਹ ਕੋਇਲ ਮਧੁਰ ਆਵਾਜ਼ ਨਾ ਹੋਵੇ। ਪਰ ਜਦੋਂ ਕਾਂ ਨੇ ਕੁਰਲੀਆਂ ਕੀਤੀਆਂ ਫਿਰ ਪਤਾ ਲੱਗਾ ਵੀ ਸੱਜਣਾ ਮੈਂ ਹੀ ਭੁਲੇਖੇ ਵਿੱਚ ਸਾਂ। ਭਾਈ ਗੁਰਦਾਸ ਸਾਹਿਬ ਜੀ ਫਿਰ ਅੰਤਮ ਦੇ ਅੰਦਰ ਜਿਹੜਾ ਨਿਰਣਾ ਲਿਖਦੇ ਨੇ, ਕਹਿੰਦੇ ਪਹਿਲਾਂ ਵਿਸ਼ਵਾਸ ਕਰਨ ਤੋਂ ਪਹਿਲਾਂ ਉਹਦੇ ਕਰਮ ਕਰਤੂਤ ਵੇਖ ਲਿਆ ਕਰੀਏ, ਉਹਦੇ ਕਰਤੂਤ ਉਹਦੇ ਲਕਸ਼ਣ ਆਦ ਵੇਖ ਲਿਆ ਕਰੀਏ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਜਿਸ ਵਕਤ ਸਾਧ ਸੰਗਤ ਜੀ ਉਹ ਅੰਦਰ ਜਾਣ ਤੋਂ ਵਰਜ ਲਿਆ, ਭਾਈ ਮਰਦਾਨਾ ਜੀਆਂ ਨੂੰ ਸਤਿਗੁਰੂ ਮਹਾਰਾਜ ਕਹਿਣ ਲੱਗੇ ਚਲੋ ਮਰਦਾਨਾ, ਭਾਈ ਮਰਦਾਨਾ ਜੀ ਆਓ ਚੱਲੀਏ ਇੱਥੋਂ, ਇੱਥੇ ਪਖੰਡ ਤੋਂ ਬਿਨਾਂ ਹੁਣ ਹੋਰ ਇੱਥੇ ਕੁਛ ਵੀ ਨਹੀਂ, ਇੱਥੇ ਕੁਛ ਵੀ ਨਹੀਂ ਹੋ ਰਿਹਾ, ਵਾਧੂ ਲੋਕਾਂ ਦੀ ਭੀੜ ਅਜਾਈ ਲੱਗੀ ਹੋਈ ਹੈ। ਮਹਾਰਾਜ ਜੀਆਂ ਨੇ ਭਾਈ ਮਰਦਾਨਾ ਜੀ ਨੂੰ ਉੱਥੋਂ ਵਰਜਿਆ। ਕੂਰ ਅਡੰਬਰ ਸਭ ਪਹਿਚਾਨਾ, ਇੱਥੇ ਕੇਵਲ ਪਖੰਡ ਹੀ ਹੈ, ਅਡੰਬਰ ਹੈ, ਕੂੜ ਹੀ ਕੂੜ ਹੈ। ਹੋਏ ਨਸ਼ਟ ਇਨ ਕਪਟ ਜੋ ਕੀਨੋ, ਮਹਾਰਾਜ ਕਹਿੰਦੇ ਵੇਖਿਓ ਜਿਹੜਾ ਇਹਨਾਂ ਨੇ ਲੋਕਾਂ ਨਾਲ ਕਪਟ ਕੀਤਾ ਹੈ ਨਾ, ਛਲਾਵਾ ਕੀਤਾ ਹੋਇਆ ਹੈ, ਭੀਖ ਪਾ ਕੇ ਇਹਨਾਂ ਦਾ ਕਪਟ, ਇਹਨਾਂ ਦਾ ਛਲਾਵਾ ਛੇਤੀ ਉਤਰ ਜਾਵੇਗਾ। ਕਹਿ ਇਉ ਗਮਨੇ ਪਾਛਾ ਦੀਨੋ, ਮਹਾਰਾਜ ਜੀਆਂ ਨੇ ਕੰਡ ਕਰ ਲਈ। ਧੰਨ ਗੁਰੂ ਨਾਨਕ ਦੇਵ ਮਹਾਰਾਜ, ਭਾਈ ਮੂਲਾ ਜੀ, ਭਾਈ ਬਾਲਾ ਜੀ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ ਉੱਥੋਂ ਚੱਲ ਪਏ। ਤੈ ਛਿਨ ਮੇਲੇ ਵਿੱਚ ਬਿਸਾਲਾ, ਇੰਨੇ ਨੂੰ ਸਾਧ ਸੰਗਤ ਜੀਓ ਬਾਹਰ ਜੋ ਵੱਡਾ ਭੀੜ ਵੱਡਾ ਇਕੱਠ ਲੱਗਾ ਹੋਇਆ ਸੀ, ਮੇਲੇ ਦਾ ਰੂਪ ਇੱਕ ਵੱਡਾ ਧਾਰਨ ਕੀਤਾ ਹੋਇਆ ਸੀ, ਉਸ ਭੀੜ ਦੇ ਅੰਦਰ ਪਰੀ ਲੜਾਈ ਮਹਾ ਕਰਾਲਾ, ਇੱਕੋ ਦਮ ਉਸੇ ਮੇਲੇ ਅੰਦਰ ਲੜਾਈ ਵੱਡੀ ਮਚ ਗਈ। ਆਪਸ ਦੇ ਅੰਦਰ ਦੋ ਧਿਰਾਂ ਦੀ ਕਿਸੇ ਗੱਲ ਤੋਂ ਕੋਈ ਵੱਡੀ ਲੜਾਈ, ਵੱਡਾ ਰੌਲਾ ਪੈ ਗਿਆ। ਜੋਂ ਦਿਸ਼ ਮੈਂ ਚਮਕੈ ਸ਼ਮਸ਼ੀਰਾ, ਵੇਖਿਆ ਕਿ ਉਸੇ ਲੜਾਈ ਭੀੜ ਦੇ ਅੰਦਰ ਲੋਕਾਂ ਦੇ ਹੱਥਾਂ ਦੇ ਅੰਦਰ ਸ਼ਮਸ਼ੀਰ, ਕਿਰਪਾਨਾਂ, ਤਲਵਾਰਾਂ, ਡਾਂਗਾਂ ਆਦਿ ਸਨ, ਆਪਸ ਵਿੱਚ ਹੀ ਲੜ ਪਏ। ਧਰ ਪਰ ਸ਼੍ਰੋਣਤ ਗਿਰੇ ਕਨੇਰਾ, ਇੱਕ ਦੂਸਰੇ ਉੱਪਰ ਮਾਰ ਟੁਕ ਹੋਣ ਲੱਗੀ, ਧਰਤੀ ਉੱਪਰ ਲਹੂ ਲੁਹਾਨ ਚਿੱਟੀ ਤੇ ਲਾਲ ਧਰਤੀ ਹੋ ਗਈ। ਕਟੇ ਕਿਤਕ ਵੈ ਮਿਰਤਕ ਪਰਈ, ਤੇ ਉਸੇ ਭੀੜ ਮੇਲੇ ਦੇ ਅੰਦਰ ਲੜਾਈ ਦੇ ਅੰਦਰ ਹੀ ਕਈ ਉੱਥੇ ਮਾਰੇ ਗਏ। ਕੀਤਕ ਕਾਇਲ ਘੂਮਤ ਫਿਰਈ, ਔਰ ਕਈ ਵੱਡੀ ਵੱਢ ਟੁੱਕ ਜਦੋਂ ਹੋਈ, ਕਈ ਉਥੇ ਜ਼ਖਮੀ ਹੋ ਕੇ ਘੁੰਮ ਕੇ ਡਿੱਗ ਪਏ ਹਨ। ਬੋਰੋ ਲੂਟ ਭਰੀ ਤੈ ਥਾਈ, ਔਰ ਜਦੋਂ ਉਥੇ ਲੜਾਈ ਹੋ ਗਈ ਉਹਦੇ ਅੰਦਰ ਹੀ ਜਿਹੜੇ ਹੁਣ ਲੁੱਟ ਖਸੁੱਟ ਕਰਨ ਵਾਲੇ ਉਹਨਾਂ ਨੂੰ ਮੌਕਾ ਮਿਲ ਗਿਆ, ਦੁਕਾਨਾਂ ਲੁੱਟਣ ਦਾ, ਬਾਜ਼ਾਰ ਲੁੱਟਣ ਦਾ। ਉਹਦੇ ਵਿੱਚੋਂ ਹੀ ਉਹਨਾਂ ਨੂੰ ਮੌਕਾ ਮਿਲਦਿਆਂ ਲੋਕ ਦੁਕਾਨਾਂ ਵੀ ਲੁੱਟਣ ਲੱਗੇ। ਬਲੀ ਖਸੋਟੇ ਵਸਤ ਪਰਾਈ, ਹੁਣ ਜਿਹੜੇ ਤਾਕਤਵਾਰ ਸਨ ਮਾੜਿਆਂ ਕੋਲੋਂ ਚੀਜ਼ਾਂ ਖੋਹਣ ਲੱਗੇ, ਜਿਹਦੇ ਹੱਥ ਵੀ ਕੁਝ ਵੀ ਉਸੇ ਮੇਲੇ ਵਿੱਚ ਆਇਆ, ਲੋਕ ਪੈਸਾ, ਧਨ,
ਆਦ ਲੁੱਟਣ ਲੱਗੇ। ਜੈ ਦੰਬੀ ਕੋ ਸਦਨ ਸੁਹਾਵਨ। ਔਰ ਇੰਨੇ ਨੂੰ ਹੀ ਜਿਹੜੇ ਪਾਸੇ ਉਹ ਪਖੰਡੀ ਸ਼ੌ ਸੁਹਾਗਨ ਨਾਮਕ ਪਖੰਡੀ ਦਾ ਜਿਹੜੇ ਪਾਸੇ ਘਰ ਸੀ, ਨਰ ਪਹੁੰਚੇ ਤੈ ਵਸਤ ਲਿਆਵਨ। ਹੁਣ ਪਤਾ ਲੱਗਾ ਵੀ ਇੱਥੇ ਤਾਂ ਕੁਛ ਨਹੀਂ, ਜੇ ਕੋਈ ਪੈਸਾ ਟਕਾ ਹੋਵੇਗਾ ਤੇ ਇਹਦੇ ਦੰਬੀ ਦੇ ਘਰ ਦੇ ਅੰਦਰ ਹੀ ਹੋਵੇਗਾ, ਪਖੰਡੀ ਦੇ ਘਰ ਦੇ ਅੰਦਰ ਹੀ। ਲੋਕ ਇੱਕੋ ਦਮ ਉਹਦੇ ਘਰ ਦੇ ਵੱਲ, ਉਸ ਪਾਸੇ ਨੂੰ, ਉਹਦੇ ਘਰ ਨੂੰ ਲੁੱਟਣ ਵਾਸਤੇ ਉਧਰ ਨੂੰ ਨੱਠ ਪਏ। ਸਰਬ ਸਮਾਜ ਹੁਤੋ ਤਿਸ ਕੇਰਾ। ਸਾਰਾ ਜਿੰਨੀ ਵੀ ਸੌ ਸਮਾਜ ਆਦ ਜਿੰਨੇ ਵੀ ਉਹ ਲੋਕ ਆਦ ਸਨ, ਲੂਟ ਲੀਨ ਤਬਈ ਬਿਨ ਦੇਰਾ। ਬਿਨਾਂ ਦੇਰੀ ਤੋਂ ਉਹਦੇ ਘਰ ਦੇ ਅੰਦਰ ਜਿਹੜੇ ਦਰਵਾਜ਼ੇ ਦੇ ਉੱਪਰ ਪਹਿਰੇਦਾਰ ਖਲੋਤੇ ਸਨ, ਜਿਹੜੇ ਕਹਿ ਰਹੇ ਸਨ ਅੰਦਰ ਨਹੀਂ ਜਾਣਾ, ਇੱਕੋ ਦਮ ਉਹਨਾਂ ਨੂੰ ਲੋਕ ਧੱਕੇ ਮਾਰ ਕੇ ਅੰਦਰ ਵੜ ਕੇ ਸਾਰਾ ਹੀ ਉਹਦਾ ਸਾਜੋ ਸਮਾਨ ਉਥੋਂ ਲੁੱਟ ਲਿਆਂਦਾ। ਤਖਤ ਤਸੇ ਨਰ ਪੋਰ ਅੰਧਾਰੀ। ਲੋਕਾਂ ਨੂੰ ਧੱਕਦਿਆਂ ਇੱਕੋ ਦਮ ਵੱਡੀ ਭੀੜ ਉਹਦੇ ਘਰ ਵਿੱਚ ਹੋ ਗਈ। ਮੰਚ ਪਰ ਬਾਲਾ ਏਕ ਸੁੰਦਾਰੀ। ਔਰ ਜਦੋਂ ਅੰਦਰ ਜਾ ਕੇ ਲੋਕਾਂ ਨੇ ਵੇਖਿਆ ਵੀ ਇਹ ਪਖੰਡੀ ਦਰਵਾਜ਼ਾ ਬੰਦ ਕਰਕੇ ਬੈਠਾ ਹੋਇਆ ਸੀ, ਅੰਦਰ ਉਹਨਾਂ ਨੇ ਕੀ ਵੇਖਿਆ, ਇੱਕ ਇਸਤਰੀ ਉਸ ਸਾਧੂ ਜਾਂ ਉਸ ਸ਼ੌ ਸੁਹਾਗਨ ਨਾਮਕ ਪਖੰਡੀ ਦੇ ਪਲੰਗ ਦੇ ਉੱਪਰ ਬੈਠੀ ਹੋਈ ਹੈ। ਸੱਟ ਤੈ ਸਾਥ ਕੀਲ ਕਰ ਐਸੇ। ਔਰ ਉਹਦੇ ਸਾਥ ਉਹ ਮੰਦ ਕਰਮ ਕਰ ਰਿਹਾ ਹੈ। ਬਹੁ ਕਾਮੀ ਨਰ ਕਰਤ ਸੋ ਜੈਸੇ। ਜਿਸ ਪ੍ਰਕਾਰ ਵੱਡੇ ਕਾਮੀ ਕਰਦੇ ਹਨ। ਨਰ ਦੇਖਤ ਤੈ ਕੁਪਿਤ ਵਿਸ਼ੇਖਾ। ਔਰ ਸਾਧ ਸੰਗਤ ਜੀਓ, ਜਿਸ ਵਕਤ ਲੋਕਾਂ ਨੇ ਉਹਦੀ ਕਰਤੂਤ ਉਹਦੇ ਘਰ ਦੇ ਅੰਦਰ ਜਾ ਕੇ ਵੇਖੀ, ਜਿਹੜਾ ਕਹਿ ਰਿਹਾ ਸੀ ਪ੍ਰਮਾਤਮਾ ਨੂੰ ਮੈਂ ਮਿਲਣਾ ਹੈ, ਜਦੋਂ ਲੋਕਾਂ ਨੇ ਜਾ ਕੇ ਉਹਦੀ ਕਰਤੂਤ ਘਾਲਣਾ ਵੇਖੀ, ਮਾਰੋ ਮਾਰ ਪਾਜੇ ਸਪੇਖਾ। ਬਸ ਫਿਰ ਕੀ ਸੀ, ਜੋ ਸਾਜੋ ਸਮਾਨ ਲੁੱਟ ਰਹੇ ਸਨ ਇੱਕੋ ਦਮ ਸਾਜੋ ਸਮਾਨ ਛੱਡ ਕੇ ਉਸ ਪਖੰਡੀ ਨੂੰ ਕੁੱਟਣ ਲੱਗੇ। ਕਿਸੇ ਨੇ ਜੋ ਵੀ ਕੋਈ ਕਿਸੇ ਦੇ ਹੱਥ ਦੇ ਅੰਦਰ ਆਇਆ ਉਹ ਸੌ ਸੁਹਾਗਨ ਨੂੰ ਮਾਰਨ ਲੱਗੇ। ਲਸ਼ਟਕ ਮਾਰ ਗਲੰਤ ਨਿਕਾਰਾ। ਔਰ ਡਾਂਗਾਂ ਨਾਲ ਮਾਰ ਕੇ, ਮੁੱਕਿਆਂ ਨਾਲ ਮਾਰ ਕੇ ਉਹਨੂੰ ਗਲੇ ਤੋਂ ਪਕੜ ਲਿਆ ਸ਼ੌ ਸੁਹਾਗਨ ਨੂੰ, ਜਿਹੜਾ ਵੱਖ-ਵੱਖ ਤਰ੍ਹਾਂ ਦੇ ਸ਼ਿੰਗਾਰ ਕਰੀ ਬੈਠਾ ਸੀ। ਤਨ ਦੇ ਉੱਪਰ ਬੜੇ ਉਹਨੇ ਸ਼ਿੰਗਾਰ ਕੀਤੇ ਇਸਤਰੀਆਂ ਵੱਤ। ਲੋਕਾਂ ਨੇ ਫਿਰ ਇਹਨੂੰ ਮਾਰਨਾ ਸ਼ੁਰੂ ਕੀਤਾ। ਲੂਟ ਲਿਓ ਕੈ ਜਿਤਕ ਪਸਾਰਾ। ਔਰ ਕਹਿ ਰਹੇ ਹਨ ਲੋਕ ਉੱਚੀ ਆਵਾਜ਼ ਵਿੱਚ, ਕਹਿੰਦੇ ਜਿੰਨਾ ਵੀ ਇਹਦਾ ਸਾਜੋ ਸਮਾਨ ਹੈ ਇਹਦੇ ਘਰ ਦੇ ਅੰਦਰ ਸਾਰਾ ਲੁੱਟ ਲਵੋ। ਦੋਹਰਾ ਜੜ ਚੇਤਨ ਜਗ ਈਸ਼ ਕੀ ਕਰੀ ਅਵਗਿਆ ਜਾਏ। ਕਹਿੰਦੇ ਉਹਨੇ ਅਵਗਿਆ ਕੀਤੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਭਾਈ ਸੰਤੋਖ ਸਿੰਘ ਲਿਖਦੇ, ਕਹਿੰਦੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਵਗਿਆ ਕੀਤੀ। ਮਹਾਰਾਜ ਜੀ ਤਾਂ ਇਹਨੂੰ ਸੇਧ ਦੇਣ ਵਾਸਤੇ ਆਏ ਸਨ, ਪਰ ਮਹਾਰਾਜ ਜੀਆਂ ਦੀ ਹੀ ਅਵਗਿਆ ਕੀਤੀ। ਹਾਲ ਬੁਰਾ ਤੈ ਹੋਤ ਪਾ ਅਚਰਜ ਮਾਨੋ ਨਾਏ। ਕਹਿੰਦੇ ਫਿਰ ਅਜਿਹੇ ਦਾ ਜਿਹੜਾ ਹਾਲ ਹੈ ਉਹ ਬੁਰਾ ਹੀ ਹੁੰਦਾ ਹੈ। ਇਹਦੇ ਵਿੱਚ ਭਾਈ ਇਸ ਸਾਖੀ ਵਿੱਚੋਂ, ਇਸ ਬਾਤ ਵਿੱਚੋਂ ਕੋਈ ਅਚਰਜਤਾ ਨਾ ਮੰਨੋ, ਹਾਲ ਉਹਦਾ ਬੁਰਾ ਹੀ ਹੈ ਜੋ ਜਗਤ ਗੁਰ ਸੁਆਮੀ ਦੀ ਨਿਰਾਦਰੀ ਇਸ ਪ੍ਰਕਾਰ ਕਰਦਾ ਹੈ। ਜਿਸ ਪ੍ਰਕਾਰ ਉਹਨੇ ਪਾਤਸ਼ਾਹ ਜੀ ਦੀ ਨਿਰਾਦਰੀ ਕੀਤੀ, ਕੂੜ ਬੋਲ ਬੋਲੇ। ਚੌਪਈ ਝੰਡੇ ਕੋ ਨਿਸ਼ਾਨ ਲੈ ਗਏ। ਔਰ ਜਿਹੜੇ ਬਾਹਰ ਝੰਡੇ ਉਹਨੇ ਝੁਲਾਏ ਹੋਏ ਸਨ, ਲੋਕ ਉਹ ਪੁੱਟ ਕਰਕੇ ਲੈ ਗਏ। ਕੋ ਚਰਾਵਾ ਲੂਟਤ ਪਇਓ। ਔਰ ਜਿਨ੍ਹਾਂ ਨੇ ਦਰਵਾਜ਼ੇ ਉੱਪਰ ਲੋਕਾਂ ਨੇ ਮੱਥਾ ਟੇਕਿਆ ਹੋਇਆ ਸੀ, ਚੜਾਵਾ ਸੀ, ਮਾਇਆ ਆਦ ਸੀ, ਜੋ ਵੀ ਸੌਂਚ ਸਮਗਰੀ ਸੀ, ਕਿਸੇ ਨੇ ਉਹ ਲੁੱਟ ਲਈ। ਤੈ ਕੋ ਕਿਨੋ ਲੀਨ ਪ੍ਰਿਯੰਕਾ। ਔਰ ਕਿਸੇ ਨੇ ਕਿਹਾ ਵੀ ਸਾਧੂ ਦਾ ਇਸ ਪਖੰਡੀ ਦਾ ਪਲੰਗ ਬਹੁਤ ਵਧੀਆ ਹੈ, ਕਿਸੇ ਨੇ ਪਲੰਗ ਚੁੱਕ ਲਿਆ। ਜੋ ਵੀ ਕਿਸੇ ਦੇ ਹੱਥ ਜੋ ਵੀ ਸਾਜੋ ਸਮਾਨ ਦਾ ਲੱਗਾ, ਸਾਰੇ ਲੋਕ ਲੁੱਟਣ ਲੱਗੇ। ਕਿਸੇ ਨੇ ਸਿਰ ਤੇ ਪਲੰਗ ਹੀ ਰੱਖ ਲਿਆ। ਨਰ ਪਾਜੇ ਮਨ ਮਾਨੇ ਆਤੰਕਾ। ਔਰ ਜਿਹੜੇ ਨਾਲ ਉਹਦੇ ਸਨ, ਨਾਲ ਉਹਦੇ ਆਦਮੀ ਜਿੰਨੇ ਵੀ ਦਰਵਾਜ਼ੇ ਦੇ ਉੱਪਰ ਪਹਿਰੇਦਾਰ ਸਨ ਜਾਂ ਹੋਰ ਵੀ ਜੋ ਸੱਜੇ ਖੱਬੇ ਸਨ, ਸਾਰੇ ਭੱਜ ਗਏ। ਕਿਉਂ? ਮਾਰ ਤੋਂ ਡਰਦੇ ਭੱਜ ਗਏ ਵੀ ਪਾ ਜੁਗੜ ਗਿਆ, ਲੋਕਾਂ ਦੇ ਸਾਹਮਣੇ ਗੱਲ ਨਸ਼ਰ ਹੋ ਗਈ ਹੈ। ਜਿੰਨੇ ਵੀ ਨਾਲ ਸਨ ਸਾਰੇ ਭੱਜ ਗਏ।
ਭੂਖਨ ਬਸਤਰ ਆਦਿਕ ਥੋ ਜੋ ਵੀ ਕੋਈ ਗਹਿਣਾ ਆਦ ਸੀ, ਸੋਹਣੇ ਬਸਤਰ ਕੱਪੜੇ ਆਦ ਸਨ, ਤੈ ਛਿਨ ਸਰਬ ਖਸੋਟੇ ਸੋ। ਉਸੇ ਛਿਨ ਹੀ ਉਸੇ ਘੜੀ ਹੀ ਲੋਕਾਂ ਨੇ ਵਿੱਚੋਂ ਲੁੱਟ ਲਏ। ਕਹਿਣ ਲਗੇ ਇਹ ਹੁਤੋ ਪਖੰਡੀ। ਲੋਕੀ ਲੱਗੇ ਕਹਿਣ, ਕਹਿੰਦੇ ਇਹ ਤਾਂ ਸਿਰੇ ਦਾ ਪਖੰਡੀ ਨਿਕਲਿਆ ਹੈ, ਜਿਹਦੇ ਉੱਪਰ ਆਪਾਂ ਇੰਨਾ ਆਸਰਾ ਜਾਂ ਆਪਾਂ ਇੰਨੀ ਆਸਥਾ ਰੱਖੀ ਬੈਠੇ ਸਾਂ, ਇਹਦੇ ਉੱਪਰ ਇਹ ਤਾਂ ਸਿਰੇ ਦਾ ਪਖੰਡੀ ਨਿਕਲਿਆ ਹੈ। ਨਾਉ ਸੁਹਾਗਣ ਹੈ ਇਹ ਰੰਡੀ। ਕਹਿੰਦੇ ਕਰਮ ਨਾ ਤਾਂ ਆਪਣਾ ਸ਼ੌ ਸੁਹਾਗਣ ਧਰੀ ਬੈਠਾ ਹੈ, ਪਰ ਕਰਮ ਤਾਂ ਇਹਦੇ ਬਹੁਤ ਮੰਦੇ ਕਰਮਾਂ ਵਾਲਾ ਹੈ। ਨਾ ਤਾਂ ਇਹਨੇ ਬੜਾ ਸੋਹਣਾ ਧਰਾਇਆ ਹੈ, ਪਰ ਕਰਮ ਤਾਂ ਇਹਦੇ ਬੜੇ, ਕਰਤੂਤਾਂ ਇਹਦੀਆਂ ਬਹੁਤ ਮਾੜੀਆਂ ਹਨ। ਕਰਿਓ ਕੂਰ ਕੋ ਸਰਬ ਸਮਾਜਾ। ਲੋਕਾਂ ਦੇ ਅੰਦਰ ਇਹਨੇ ਕਹਿੰਦੇ ਝੂਠ ਹੀ ਪਖੰਡ ਹੀ ਫੈਲਾਇਆ ਹੋਇਆ ਹੈ ਇਸ ਸਮਾਜ ਵਿੱਚ। ਉਗਰ ਗਿਓ ਅਬ ਜਾਂ ਕੋ ਪਾਜਾ। ਹੁਣ ਜਿਹੜਾ ਵੀ ਇਹਦਾ ਪਾਜ ਸੀ, ਹੁਣ ਇਹਦਾ ਪਾਜ ਜਗਤ ਦੇ ਅੰਦਰ ਉਗੜ ਗਿਆ ਹੈ। ਜਗਤ ਦੇ ਅੰਦਰ ਜਿਹੜਾ ਇਹਦਾ ਪਾਜ ਹੈ, ਜਿਹੜਾ ਇਹਨੇ ਲੋਕਾਂ ਸਾਹਮਣੇ ਭਰਮ ਭੁਲਾਇਆ ਹੋਇਆ ਸੀ ਵੀ ਮੈਂ ਬੜਾ ਨੀਮੀ ਹਾਂ, ਪ੍ਰਮਾਤਮਾ ਮੈਨੂੰ ਮਿਲ ਆਉਂਦਾ ਹੈ ਆਦ, ਕਹਿੰਦੇ ਸਾਰਾ ਹੀ ਇਹਦਾ ਪਾਜ ਮਹਾਰਾਜ ਜੀਆਂ ਨੇ ਉਧੇੜ ਦਿੱਤਾ। ਕਰੇ ਨਿਰਾਦਰ ਸਭ ਨਰ ਤੈ ਕੋ। ਕਹਿੰਦੇ ਪਹਿਲਾਂ ਪਾਤਸ਼ਾਹ ਜੀ ਦਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਨਿਰਾਦਰ ਇਹਨੇ ਕੀਤਾ, ਦਰਵਾਜ਼ੇ ਉੱਪਰ ਆਏ ਦਾ। ਹੁਣ ਇਹਦਾ ਲੋਕ ਨਿਰਾਦਰ ਕਰਨ ਲੱਗੇ। ਬੰਧਨ ਕਰਤ ਪ੍ਰੀਤ ਕਰ ਜੈ ਕੋ। ਜਿਹਨੂੰ ਲੋਕ ਬੜੇ ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ ਪ੍ਰੀਤ ਕਾ ਨਮਸਕਾਰ ਕਰਦੇ ਸਨ। ਮੰਦਮਤੀ ਤਬ ਮਨ ਮੈਂ ਜਾਣੇ। ਫਿਰ ਪਤਾ ਲੱਗਾ ਇਹ ਮੰਦਮਤੀ ਹੈ, ਇਹ ਮਾੜੇ ਕਰਮਾਂ ਵਾਲਾ ਹੈ, ਇਹਨੇ ਮੰਦੇ ਕਰਮ ਘਾਲੇ ਹਨ। ਵਹਿਰ ਹੋਤੇ ਕੋ ਸੰਤ ਮਾਨੇ। ਜੋ ਬਾਹਰ ਵੱਡੇ ਸੰਤ ਆਏ ਹੋਏ ਸਨ, ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਵੱਲੇ ਇਸ਼ਾਰਾ, ਕਹਿੰਦੇ ਜੋ ਵਹਿਰ ਨਗਰ ਦੇ ਅੰਦਰ ਸੰਤ ਆਏ ਸਨ। ਕੀਨ ਨਿਰਾਦਰ ਮੈਂ ਤਿਨ ਕੇਰਾ। ਹੁਣ ਮਨ ਅੰਦਰ ਸੋਚਣ ਲੱਗਾ ਵੀ ਮੈਂ ਉਹਨਾਂ ਦਾ ਨਿਰਾਦਰ ਕੀਤਾ ਸੀ। ਆਦਰ ਸਰਬ ਗਿਓ ਤਬ ਮੋਰਾ। ਕਹਿੰਦੇ ਮੇਰਾ ਸਾਰਾ ਹੀ ਆਦਰ, ਸੰਸਾਰ ਦੇ ਵਿੱਚੋਂ ਸਨਮਾਨ, ਸਾਰਾ ਹੀ ਮੇਰਾ ਸਨਮਾਨ, ਮੇਰਾ ਆਦਰ ਚਲਾ ਗਿਆ ਹੈ। ਲज्जित ਹੋਇਓ ਫਿਰਤ ਨਗਰ ਮੈਂ। ਔਰ ਨਗਰ ਦੇ ਅੰਦਰ ਬੜਾ ਲੱਜਤ ਹੋ ਕੇ ਫਿਰਦਾ ਰਿਹਾ। ਕਿਸੇ ਨੇ ਕੋਈ ਟਿਕਾਣਾ ਨਾ ਦਿੱਤਾ, ਬੜਾ ਹੀ ਲੱਜਤ ਹੋਇਆ ਪਿੰਡ ਨਗਰ ਦੇ ਅੰਦਰ। ਕੋ ਨੈ ਜਾਵਨ ਦੇ ਨਿਜ ਘਰ ਮੈਂ। ਹੁਣ ਕੋਈ ਵੀ ਇਹਨੂੰ ਆਪਣੇ ਘਰ ਦੇ ਅੰਦਰ ਥਾਂ ਟਿਕਾਣਾ ਨਹੀਂ ਦੇ ਰਿਹਾ। ਏਕ ਨਿਸਾ ਬਸ ਕਰ ਤੈ ਥਾਈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਰਾਤ ਉਸ ਨਗਰ ਦੇ ਅੰਦਰ ਵਸ ਕਰਕੇ ਅਗਰਜ ਕੀਨੋ ਗਮਨ ਗੁਸਾਈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਉਸ ਥਾਂ ਤੋਂ ਅੱਗੇ ਚੱਲਣ ਲੱਗੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਭਾਈ ਮੂਲਾ ਜੀ, ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਇੱਕ ਰਾਤ ਇਸ ਨਗਰ ਦੇ ਅੰਦਰ ਠਹਿਰੇ, ਲੋਕਾਂ ਨੂੰ ਸਿੱਧੇ ਪਾਸੇ ਵੱਲ ਪ੍ਰੇਰਿਤ ਕੀਤਾ, ਸਿੱਧੇ ਮਾਰਗ ਵੱਲ ਸਤਿਗੁਰੂ ਮਹਾਰਾਜ ਜੀਆਂ ਨੇ ਪਾਇਆ। ਇੱਕ ਰਾਤ ਠਹਿਰ ਕੇ ਇੱਥੋਂ ਅੱਗੇ ਚੱਲੇ ਹਨ। ਮੂਲਾ ਮਰਦਾਨਾ ਮੈਂ ਸੰਗਾ। ਭਾਈ ਬਾਲਾ ਜੀ ਕਹਿ ਰਹੇ ਹਨ, ਭਾਈ ਮੂਲਾ ਜੀ, ਭਾਈ ਮਰਦਾਨਾ ਜੀ ਤਥਾ ਮੈਂ ਪੀਛੇ ਪ੍ਰਸਥਾਨੇ ਸੋ ਉਮੰਗਾ। ਕਹਿੰਦੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਿੱਛੇ ਪਿੱਛੇ ਅਸੀਂ ਚੱਲ ਰਹੇ ਹਾਂ। ਜਗਤ ਗੁਰੂ ਸੁਆਮੀ ਅੱਗੇ ਹਨ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਿੱਛੇ ਅਸੀਂ ਲੱਗ ਕੇ ਤੁਰੇ ਹਾਂ। ਸਿੱਖ ਦਾ ਜੀਵਨ ਹੀ ਐਸਾ ਹੈ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਾਂ ਪਾਵਨ ਪਵਿੱਤਰ ਗੁਰੂ ਦੀ ਰਹਿਨਮਾਈ, ਗੁਰੂ ਦੀ ਆਗਿਆ ਲੈ ਕੇ ਬਾਣੀ ਦੇ ਮਗਰੇ ਮਗਰ ਤੁਰਨਾ। ਸਿੱਖ ਨੇ ਅੱਗੇ ਨਹੀਂ ਲੱਗਣਾ। ਸਿੱਖ ਸਿਆਣਾ ਨਹੀਂ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੀ ਮੈਂ ਅਜਿਹਾ ਅੱਗੇ ਲੱਗ ਕੇ ਇਸ ਪ੍ਰਕਾਰ ਨਹੀਂ ਭਾਈ। ਅਗਵਾਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੈ। ਜਿਸ ਪਾਸੇ ਗੁਰੂ ਦਾ ਸ਼ਬਦ ਪ੍ਰੇਰੇ, ਜਿਸ ਪਾਸੇ ਮਾਰਗ ਵਾਲੇ ਪਾਸੇ ਗੁਰੂ ਦਾ ਸ਼ਬਦ ਚੱਲੇ, ਗੁਰੂ ਅੱਗੇ ਲੱਗ ਕੇ ਚੱਲੇ, ਸਿੱਖ ਦਾ ਮਾਰਗ ਵੀ ਉਹ ਹੈ। ਭਾਈ ਬਾਲਾ ਜੀ ਲੱਗੇ ਕਹਿਣ, ਕਹਿੰਦੇ ਸਤਿਗੁਰੂ ਮਹਾਰਾਜ ਜੀ ਅੱਗੇ ਅੱਗੇ ਹਨ, ਅਸੀਂ ਮਹਾਰਾਜ ਜੀਆਂ ਦੇ ਪਿੱਛੇ ਬੜੇ ਉਮੰਗ ਚਾਉ ਨਾਲ ਚੱਲ ਰਹੇ ਹਾਂ।
ਉੱਚ ਜਹਾਂ ਸੈਯਦ ਬੋਬਾਸੀ। ਕਹਿੰਦੇ ਚੱਲਦਿਆਂ ਚੱਲਦਿਆਂ ਅਸੀਂ ਉੱਚ ਜਾਤੀ ਦੇ ਜਿੱਥੇ ਸੈਯਦ ਦਾ ਵਾਸਾ ਬਹਾਵਲਪੁਰ ਵਾਲੇ ਪਾਸੇ, ਸਾਧ ਸੰਗਤ ਜੀਓ ਬਹਾਵਲਪੁਰ ਨਗਰ ਦੇ ਅੰਦਰ ਇਹਨਾਂ ਦਾ ਟਿਕਾਣਾ, ਉੱਚ ਜਾਤੀ ਦੇ ਪੀਰ ਜਿੱਥੇ ਉਹਨਾਂ ਦਾ ਵਾਸਾ ਸੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਪਾਸੇ ਚੱਲੇ ਹਨ। ਤੈਂ ਪਹੁੰਚੇ ਸਤਿਗੁਰ ਅਬਿਨਾਸ਼ੀ। ਮਹਾਰਾਜ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਪਹੁੰਚੇ। ਵਹਿਰ ਨਗਰ ਤੇ ਆਸ਼ਰਮ ਲਾਈ। ਮਹਾਰਾਜ ਜੀਆਂ ਨੇ ਨਗਰ ਤੋਂ ਬਾਹਰ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਡੇਰਾ ਕਰ ਲਿਆ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕੋਈ ਵੀ ਨਗਰ ਆਉਂਦਾ ਪਾਤਸ਼ਾਹ ਬਾਹਰ ਹੀ ਠਹਿਰਦੇ, ਬਾਹਰ ਹੀ ਪੜਾ ਕਰਦੇ। ਬੈਠ ਗਏ ਪੁਨ ਨਿਸਵੈ ਆਈ। ਰਾਤਰੀ ਪਈ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਨਗਰ ਤੋਂ ਬਾਹਰ ਹੀ ਵਿਸ਼ਰਾਮ ਕੀਤਾ। ਬੜੀ ਭੋਰ ਤੇ ਕਰ ਇਸ਼ਨਾਨਾ। ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਜੀ ਇਸ਼ਨਾਨ ਪਾਣ ਕਰਕੇ ਭਨੇ ਗਿਰਾ ਉੱਚੀ ਧੁਨ ਕਾਨਾ। ਔਰ ਅੰਮ੍ਰਿਤ ਵੇਲੇ ਉੱਚੀ ਧੁਨ ਦੇ ਅੰਦਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਪਾਠ ਆਰੰਭ ਕੀਤਾ ਹੈ। ਪਰਮੇਸ਼ਰ ਦੇ ਸੰਗ ਪਾਵਨ ਪਵਿੱਤਰ ਉੱਚੀ ਆਵਾਜ਼ ਵਿੱਚ ਮਹਾਰਾਜ ਜੀ ਪ੍ਰੇਮ ਸਹਿਤ ਪਾਵਨ ਪਵਿੱਤਰ ਬਾਣੀ ਪੜ ਰਹੇ ਹਨ। ਤਬ ਇੱਕ ਸਿੰਧੀ ਤੈਂ ਥਲੇ ਆਇਓ। ਇੰਨੇ ਨੂੰ ਉਸੇ ਪਾਸਿਓਂ ਮਹਾਰਾਜ ਜੀਆਂ ਨੇ ਜਿੱਥੇ ਬਾਹਰ ਪੜਾ ਕੀਤਾ ਸੀ, ਇੰਨੇ ਨੂੰ ਚੱਲਦਿਆਂ ਰਸਤੇ ਵਿੱਚ ਇੱਕ ਜੋ ਨਗਰ ਵਿੱਚੋਂ ਸਿੰਧੀ ਸੀ ਉਸੇ ਥਾਂ ਤੋਂ ਲੰਘ ਰਿਹਾ ਉਹ ਆਇਆ। ਸੁਨਨ ਏਤ ਠਹਿਰਿਓ ਹਿਤ ਲਾਇਓ। ਜਦੋਂ ਦੇ ਕੰਨੀ ਬੋਲ ਪਏ, ਆਵਾਜ਼ ਪਈ, ਮਧੁਰ ਆਵਾਜ਼ ਪਈ ਤੇ ਉਹ ਆਵਾਜ਼ ਸੁਣਨ ਦੇ ਵਾਸਤੇ ਕੁਦਮ ਉੱਥੇ ਠਹਿਰ ਗਿਆ। ਹੁਣ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਪੜ ਰਹੇ ਨੇ, ਗਾ ਰਹੇ ਨੇ ਬਾਣੀ। ਸਿੰਧੀ ਦੇ ਕੰਨੀ ਬੋਲ ਪਏ ਤੇ ਉਸ ਆਵਾਜ਼ ਦੀ ਮਧੁਰ ਆਵਾਜ਼ ਨੂੰ ਸੁਣ ਕਰਕੇ ਉੱਥੇ ਹੀ ਠਹਿਰ ਗਿਆ, ਉੱਥੇ ਹੀ ਰੁਕ ਗਿਆ। ਬਚਨ ਸੁਨਤ ਸਮਝਤ ਪਲ ਰੀਤੀ। ਔਰ ਸਮਝਣ ਲੱਗਾ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬੋਲਾਂ ਨੂੰ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਬੋਲਾਂ ਨੂੰ ਸਮਝਣ ਲੱਗਾ। ਸਤਿਗੁਰੂ ਮਹਾਰਾਜ ਜੀ ਬਾਣੀ ਪੜ ਰਹੇ ਨੇ ਪ੍ਰੇਮ ਨਾਲ ਇਹ ਖਲੋਤਾ ਸੁਣ ਰਿਹਾ ਤਥਾ ਸਮਝ ਰਿਹਾ ਹੈ। ਰਿਓ ਠਾਂਡ ਹੋਏ ਔਰ ਤਰ ਪ੍ਰੀਤੀ। ਬੜੀ ਪ੍ਰੀਤੀ ਪ੍ਰੇਮ ਦੇ ਸਹਿਤ, ਬੜੇ ਪ੍ਰੇਮ ਦੇ ਨਾਲ ਸਾਧ ਸੰਗਤ ਜੀ ਉੱਥੇ ਖਲੋ ਕਰਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਮਧੁਰ ਰਸਨਾ ਤੋਂ ਇਹ ਬੋਲ ਸੁਣ ਲੱਗਾ। ਗੁਰਮੁਖ ਨਾਦੰ ਗੁਰਮੁਖ ਵੇਦੰ। ਜਦੋਂ ਕੰਨੀ ਬੋਲ ਪਏ, ਪਾਤਸ਼ਾਹ ਜੀ ਪਾਵਨ ਪਵਿੱਤਰ ਜਪਜੀ ਸਾਹਿਬ ਦੇ ਪਾਵਨ ਪਵਿੱਤਰ ਬੋਲ ਪੜ ਰਹੇ ਨੇ। ਪੜਦਿਆਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਪੰਕਤੀ ਪੜੀ, ਗੁਰਮੁਖ ਨਾਦੰ ਗੁਰਮੁਖ ਵੇਦੰ। ਪਾਤਸ਼ਾਹ ਜਦੋਂ ਪੜਦੇ ਇੱਥੋਂ ਤੱਕ ਆਏ ਹਨ, ਪ੍ਰਥਮ ਇਹਨੇ ਬੋਲ ਸਰਵਣ ਕੀਤੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਮੁਖਾਰ ਬਿੰਦ ਤੋਂ ਇਹ ਪੰਕਤੀ ਸਰਵਣ ਕੀਤੀ। ਜਬ ਇਹ ਉਚਰਿਓ ਪ੍ਰਭੂ ਅਭੇਦੰ। ਪ੍ਰਭੂ ਜੀਆਂ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜਿਸ ਵਕਤ ਤੇ ਪਾਵਨ ਪਵਿੱਤਰ ਪੰਕਤੀ ਉਚਾਰਨ ਕੀਤੀ, ਅਰਥ ਨਾ ਸਮਝ ਸਕਿਓ ਕਛ ਤਾਈ। ਉਦਮ ਰੁਕ ਗਿਆ, ਬਾਕੀ ਤਾਂ ਅਰਥ ਸਮਝ ਆ ਗਏ, ਪਰ ਇਸ ਪੰਕਤੀ ਦੇ ਪੜਦਿਆਂ ਅਰਥ ਸਮਝ ਨਾ ਆਏ। ਸਰਵਣ ਕਰਦਿਆਂ ਪਾਤਸ਼ਾਹ ਜੀਆਂ ਦੇ ਪਾਸੋਂ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸੁਮਾਈ। ਇਸ ਪਾਵਨ ਪਵਿੱਤਰ ਪੰਕਤੀ ਦੇ ਜਿਹੜੇ ਅਰਥ ਸਨ ਉਹ ਸਮਝ ਨਾ ਪਏ, ਇੱਕੋ ਦਮ ਉੱਥੇ ਹੀ ਰੁਕ ਗਿਆ। ਰਿਓ ਵਿਚਾਰ ਬਹੁਤ ਮਨ ਮਾਈ। ਬੜੀ ਮਨ ਦੇ ਅੰਦਰ, ਆਪਣੇ ਮਨੁਏ ਦੇ ਅੰਦਰ ਆਪ ਹੀ ਵਿਚਾਰ ਸਾਧ ਸੰਗਤ ਜੀ ਆਪੇ ਸੋਚਣ ਲੱਗਾ। ਪਾਤਸ਼ਾਹ ਜੀ ਜਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਬਾਬਤ ਪਤਾ ਤਾਂ ਸੀ ਨਹੀਂ। ਇਹੋ ਸੋਚਿਆ ਕੋਈ ਸੰਤ ਲੋਕ ਫਕੀਰ ਲੋਕ ਰਸਤੇ ਵਿੱਚੋਂ ਗੁਜ਼ਰ ਰਹੇ ਹੋਣਗੇ। ਮਨ ਦੇ ਅੰਦਰ ਅਜਿਹਾ ਵਿਚਾਰ ਮਨ ਦੇ ਅੰਦਰ ਆਇਆ, ਅਰਥ ਸਮਝ ਨਾ ਪਏ। ਸੁਨ ਸਭ ਬਾਣੀ ਗਇਓ ਬਹੋਰੀ। ਸਾਰੇ ਮਹਾਰਾਜ ਜੀਆਂ ਤੋਂ ਉਸ ਦਿਨ ਸਾਧ ਸੰਗਤ ਜੀਓ ਇਸ ਸਿੰਧੀ ਨੇ ਪਾਵਨ ਪਵਿੱਤਰ ਜਪਜੀ ਸਾਹਿਬ ਦਾ ਪਾਠ ਸਰਵਣ ਕੀਤਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਨਿਰਮਲ ਰਸਨਾ ਤੋਂ ਸਾਰਾ ਪਾਠ ਸੰਪੰਨ ਹੋਇਆ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਠ ਸੰਪੰਨ ਕੀਤਾ।
ਕਹਿੰਦੇ ਫਿਰ ਇੱਕੋ ਲੱਤ ਉਸੇ ਥਾਂ ਤੇ ਖਲੋਤਿਆਂ ਹੋਇਆਂ ਇਹਨੇ ਪਾਠ ਸਰਵਣ ਕੀਤਾ, ਹਿੱਲਿਆ ਨਾ। ਇਹ ਸਿੰਧੀ ਪਾਠ ਸਰਵਣ ਕਰਦਾ ਰਿਹਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਪਵਿੱਤਰ ਬਾਣੀ ਗਾਈ ਗਏ। ਜਦੋਂ ਬਾਣੀ ਸੰਪੰਨ ਹੋਈ, ਪ੍ਰਭੂ ਜੀਆਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਾਠ ਕੀਤਾ। ਉਸ ਤੋਂ ਬਾਅਦ ਇਹ ਗਿਆ ਤਾਂ ਕੋ ਪੀਰ ਹੁਤੋ ਜਿਸ ਠੌਰੀ। ਤੇ ਇਹਦਾ ਪੀਰ ਸੀ, ਜਿਸ ਥਾਂ ਤੇ ਪੀਰ ਦਾ ਵਾਸਾ ਸੀ ਉਸ ਥਾਂ ਤੇ ਇਹ ਗਿਆ ਹੈ। ਤਿਸ ਪਦ ਕੋ ਕਰ ਕੰਠ ਵਿਚਾਰਤ। ਹੁਣ ਜਿਹੜੀ ਪੰਕਤੀ ਦਾ ਮਨ ਦੇ ਅੰਦਰ ਸੀ ਵੀ ਪੜ੍ਹ ਕੀ ਰਹੇ ਨੇ, ਜਿਸ ਪੰਕਤੀ ਬਾਬਤ ਮਨ ਦੇ ਅੰਦਰ ਵਿਚਾਰ ਸੀ, ਗੁਰਮੁਖ ਨਾਦੰ ਗੁਰਮੁਖ ਵੇਦੰ, ਕਹਿੰਦੇ ਇਹਨੇ ਪਾਵਨ ਪਵਿੱਤਰ ਇਹ ਪੰਕਤੀ ਕੰਠੀ ਕਰ ਲਈ। ਮਨ ਅੰਦਰ ਉਹ ਪਾਵਨ ਪਵਿੱਤਰ ਪੰਕਤੀ ਦਾ ਪਾਠ ਵਾਰ-ਵਾਰ ਕਰਕੇ ਇਹ ਉਸ ਪੀਰ ਕੋਲ ਪਹੁੰਚ ਗਿਆ। ਸੰਸੇ ਬਿਕੈ ਹੋਤ ਅਤ ਆਰਤ। ਸੰਸੇ ਵਿੱਚ ਬੜਾ ਹੀ ਇਹ ਮਨ ਦੇ ਅੰਦਰ ਵਿਚਾਰ ਲੱਗੀ ਵੀ ਇਹਦੇ ਅਰਥ ਕੀ ਬਣਦੇ ਹਨ। ਬੂਜਤ ਪੀਰ ਬਿਲਮ ਕਿਉਂ ਲਾਈ। ਤੇ ਜਦੋਂ ਪੀਰ ਦੇ ਕੋਲ, ਆਪਣੇ ਮੁਰਸ਼ਿਦ ਪੀਰ ਦੇ ਕੋਲ ਇਹ ਸਿੰਧੀ ਪਹੁੰਚਿਆ ਤੇ ਉਹਨੇ ਪੁੱਛਿਆ ਵੀ ਅੱਜ ਡੇਰ ਕਿਉਂ ਲਾ ਦਿੱਤੀ, ਅੱਜ ਇੰਨਾ ਸਮਾਂ ਕਿਉਂ ਲਾਇਆ, ਆਉਂਦਿਆਂ ਆਉਂਦਿਆਂ ਕਾਰਨ ਕੀ ਬਣਿਆ। ਕੌਣ ਮਿਲਿਓ ਕੈ ਬੈਸਾ ਜਾਈ। ਤੈਨੂੰ ਸਵੇਰ ਵੇਲੇ ਕੌਣ ਮਿਲ ਗਿਆ, ਕਿੱਥੇ ਤੂੰ ਬੈਠ ਗਿਆ ਸੈਂ, ਸਵੇਰ ਵੇਲੇ ਹੀ ਤੈਨੂੰ ਕੌਣ ਮਿਲ ਗਿਆ ਜਿੱਥੇ ਤੂੰ ਇੰਨਾ ਸਮਾਂ ਲਾਇਆ ਸੀ। ਸਿੰਧੀ ਪਾਖੈ ਤੈਂ ਕੇ ਤੀਰ। ਕਦਮ ਸਿੰਧੀ ਲੱਗਾ ਕਹਿਣ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਬਾਬਤ, ਕਹਿੰਦੇ ਸੰਤ ਲੋਕ ਮਿਲੇ ਸਨ। ਦੇਖਿਓ ਹਿੰਦੂ ਏਕ ਫਕੀਰ। ਮੈਂ ਇੱਕ ਫਕੀਰ ਨੂੰ ਮਿਲਿਆ ਹਾਂ। ਅੱਜ ਆਉਂਦਿਆਂ ਆਉਂਦਿਆਂ ਰਸਤੇ ਦੇ ਅੰਦਰ ਕੋਈ ਹਿੰਦੂ ਫਕੀਰ ਸਨ। ਆਉਂਦਿਆਂ ਆਉਂਦਿਆਂ ਮੈਂ ਉਸ ਥਾਂ ਤੋਂ ਗੁਜ਼ਰ ਰਿਹਾ ਸਾਂ, ਉਹ ਬਾਣੀ ਪੜ ਰਹੇ ਸਨ। ਕਹਿੰਦੇ ਉੱਥੇ ਸਮਾਂ ਲੱਗ ਗਿਆ। ਤੈਂ ਕੀ ਸੁਨਤ ਰਿਓ ਮੈਂ ਬਾਣੀ। ਕਹਿੰਦੇ ਮੈਂ ਉਹਨਾਂ ਪਾਸੋਂ ਉਹਨਾਂ ਦੀ ਬਾਣੀ ਸੁਣਦਾ ਰਿਹਾ। ਉਹ ਬਾਣੀ ਪੜ੍ਹੀ ਗਈ, ਮੈਂ ਉਹਨਾਂ ਪਾਸੋਂ ਬਾਣੀ ਸਰਵਣ ਕਰਦਾ ਰਿਹਾ। ਮੁਕਤ ਦੇ ਨਹਾਰੀ ਗੁਣ ਖਾਨੀ। ਜਿਹੜੀ ਪਾਵਨ ਪਵਿੱਤਰ ਗੁਰੂ ਕੀ ਬਾਣੀ ਮੁਕਤਦਾਨੀ ਹੈ, ਮੁਕਤੀਦਾਇਕ ਹੈ। ਜਿਨ੍ਹਾਂ ਬੋਲਾਂ ਨੂੰ ਸਰਵਣ ਕਰਕੇ ਸੰਸਾਰ ਭਵਸਾਗਰ ਤੋਂ ਜੀਵ ਮੁਕਤ ਹੋ ਜਾਂਦਾ ਹੈ। ਮੈਂ ਮੁਕਤੀਦਾਨੀ ਪਾਵਨ ਪਵਿੱਤਰ ਬਾਣੀ ਸਰਵਣ ਕੀਤੀ ਹੈ। ਇੱਕ ਪਦ ਕੋ ਨਾ ਮਾਇਨਾ ਆਇਓ। ਪਰ ਪੀਰ ਜੀ ਇੱਕ ਮੇਰਾ ਸੰਸਾ ਬਾਕੀ ਹੈ, ਤੁਸੀਂ ਮੇਰਾ ਉਹ ਸੰਸਾ ਦੂਰ ਕਰੋ ਪੀਰ ਜੀ। ਪੀਰ ਜੀ ਲੱਗੇ ਕਹਿਣ, ਕਹਿੰਦੇ ਕੈਸਾ ਐਸਾ। ਕਹਿੰਦੇ ਮੈਂ ਉਸ ਥਾਂ ਤੋਂ ਬਾਕੀ ਤਾਂ ਚਲੋ ਮੈਨੂੰ ਸਮਝ ਆਇਆ, ਇੱਕ ਮੈਨੂੰ ਮਾਇਨਾ ਇੱਕ ਅਰਥ ਨਹੀਂ ਆਇਆ। ਭਲੇ ਵਿਚਾਰਿਓ ਭੇਦ ਨਾ ਪਾਇਓ। ਮਨ ਅੰਦਰ ਵਿਚਾਰ ਵੀ ਕੀਤੀ ਪਰ ਮੈਂ ਉਸ ਪਦ ਦੇ ਅਰਥ ਸਮਝਣ ਦੇ ਵਿੱਚ ਅਸਮਰਥ ਰਿਹਾ ਹਾਂ, ਮੈਨੂੰ ਸਮਝ ਨਹੀਂ ਆਏ। ਅਸ ਕੈ ਪੁਨ ਤੁਕ ਦੀਨ ਬਤਾਈ। ਫਿਰ ਕਹਿੰਦੇ ਉਹ ਜਿਹੜੀ ਪਾਵਨ ਪਵਿੱਤਰ ਬਾਣੀ ਦੀ ਪੰਕਤੀ ਇਸ ਸਿੰਧੀ ਨੇ ਆਪਣੇ ਪੀਰ ਨੂੰ ਸਮਝਾ ਕਹਿ ਦਿੱਤੀ। ਕਹਿੰਦੇ ਇਹ ਵਾਲੇ ਅਰਥ ਨਹੀਂ ਆਏ। ਸਤ ਪੀਰ ਨੇ ਗਿਰਾ ਅਲਾਈ। ਕਹਿੰਦੇ ਉਹ ਪੰਕਤੀ ਸਰਵਣ ਕਰਕੇ ਪੀਰ ਜੀਆਂ ਨੇ ਉਸ ਵਕਤ ਸਾਧ ਸੰਗਤ ਜੀਓ ਬਚਨ ਕਹੇ, ਬਿਨੈ ਕਰੋ ਇੱਕ ਬਾਰ ਲਿਆਵੋ। ਕਹਿੰਦੇ ਜਿਨ੍ਹਾਂ ਦੀ ਇਹ ਪੰਕਤੀ ਜਿਨ੍ਹਾਂ ਕੋਲੋਂ ਤੂੰ ਸਰਵਣ ਕੀਤੀ ਸੀ ਨਾ, ਉਹਨਾਂ ਨੂੰ ਬੇਨਤੀ ਕਰੋ ਇੱਕ ਵਾਰੀ ਆਪਣੇ ਇਸ ਪੜਾਅ ਤੇ ਆਪਣੇ ਸਥਾਨ ਤੇ ਇੱਥੇ ਤੁਸੀਂ ਲੈ ਕੇ ਆਓ। ਜਿਨ੍ਹਾਂ ਪਾਸੋਂ ਜਿਨ੍ਹਾਂ ਕੋਲੋਂ ਤੁਸੀਂ ਸਰਵਣ ਕਰਕੇ ਅੱਜ ਆਏ ਹੋ, ਉਹਨਾਂ ਨੂੰ ਤੁਸੀਂ ਮੇਰੇ ਵੱਲੋਂ ਬੇਨਤੀ ਕਰੋ ਕਿ ਉਹ ਆਪਣੇ ਇਸ ਥਾਂ ਤੇ ਆਉਣ। ਤੈਂ ਕੋ ਦਰਸ਼ਨ ਮੋਏ ਕਰਾਵੋ। ਮੈਂ ਉਹਨਾਂ ਦੇ ਦੀਦਾਰ ਕਰਨੇ ਚਾਹੁੰਦਾ ਹਾਂ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿ ਰਹੇ ਨੇ ਨਾ ਪਾਵਨ ਪਵਿੱਤਰ ਬਾਣੀ ਵਿੱਚ, ਕੋਈ ਆਖਾ ਭੂਤ ਨਾ ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬਉਰਾਨਾ। ਕੋਈ ਦਰਵਾਜ਼ੇ ਬੰਦ ਕਰ ਰਿਹਾ ਹੈ, ਕੋਈ ਬੇਨਤੀ ਕਰ ਰਿਹਾ ਹੈ ਪਾਤਸ਼ਾਹ ਘਰ ਆਓ। ਕੋਈ ਤਾਂ ਮਹਾਰਾਜ ਕਿਸੇ ਦਰਵਾਜ਼ੇ ਤੇ ਗਏ, ਉਹਨੇ ਰੋਕ ਲਿਆ ਵੀ ਅੰਦਰ ਨਾ ਆਇਓ। ਕਿਸੇ ਨੇ ਬੇਨਤੀਆਂ ਕੀਤੀਆਂ ਪਾਤਸ਼ਾਹ ਕਿਰਪਾ ਕਰੋ ਚਰਨ ਪਾਓ। ਮਹਾਰਾਜ ਜੀਆਂ ਨੇ ਉਸੇ ਸਿੰਧੀ ਨੂੰ ਬਚਨ ਕਹੇ। ਵਾਹਿਗੁਰੂ ਉਸ ਫਕੀਰ ਨੇ ਆਪਣੇ ਉਸ ਚੇਲੇ ਨੂੰ ਬਚਨ ਕਹੇ, ਕਹਿੰਦੇ ਜਾਓ
ਤੁਸੀਂ ਜਾ ਕੇ ਉਹਨਾਂ ਨੂੰ ਆਪਣੇ ਕੋਲ ਇੱਥੇ ਲੈ ਕੇ ਆਉਣਾ ਕਰੋ। ਸੁਨ ਕੈ ਸਿੰਧੀ ਗਇਓ ਬਹੋਰੀ। ਸੁਣਦਿਆਂ ਸਾਰੀ ਉਹ ਸਿੰਧੀ ਇੰਨੇ ਬਚਨ ਸੁਣਦਿਆਂ ਆਪਣੇ ਫਕੀਰ ਦੇ ਕੋਲੋਂ, ਪੀਰ ਦੇ ਕੋਲੋਂ, ਪਾਤਸ਼ਾਹ ਜੀ ਦਾ ਜਿਸ ਥਾਂ ਤੇ ਪੜਾਅ ਕੀਤਾ ਸੀ ਮਹਾਰਾਜ ਜੀਆਂ ਨੇ ਰਾਤ ਰਸਤੇ ਵਿੱਚ ਹੀ ਨਗਰ ਤੋਂ ਬਾਹਰ ਉਸੇ ਥਾਂ ਤੇ ਉਹ ਪਹੁੰਚ ਗਿਆ। ਨਮੋ ਕਰੀ ਪ੍ਰਭ ਕੋ ਕਰ ਜੋਰੀ। ਨਮਸਕਾਰ ਕੀਤੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਦੋਵੇਂ ਹੱਥ ਜੋੜ ਕੇ। ਠਾਂਡੋ ਪਇਓ ਦੀਨ ਮਨ ਹੋਇਓ। ਔਰ ਬੜਾ ਦੀਨ ਮਨ ਹੋ ਕਰਕੇ ਬੜੀ ਨਿਮਰਤਾ ਨਿਰਮਾਣਤਾ ਦੇ ਨਾਲ ਉਹਨੇ ਬੇਨਤੀ ਕੀਤੀ, ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਇਸ ਪ੍ਰਕਾਰ ਕੋ ਬਚਨ ਬਗੋਇਓ। ਔਰ ਇਸ ਪ੍ਰਕਾਰ ਹੱਥ ਜੋੜ ਕੇ ਨਿਮਰਤਾ ਦੇ ਨਾਲ ਉਹ ਬੇਨਤੀ ਕਰਨ ਲੱਗਾ। ਮੈਂਡਾ ਪੀਰ ਸਦੇਂਦਾ ਤੋਕੋ। ਔਰ ਬੇਨਤੀ ਲੱਗਾ ਕਰਨ, ਹੁਣ ਸਿੰਧੀ ਸੀ ਉਹ ਆਪਣੀ ਬੋਲੀ ਦੇ ਅੰਦਰ ਆਪਣੇ ਕਹਿੰਦੇ ਜੀ ਮੈਂਡਾ ਪੀਰ ਸਦੇਂਦਾ ਤੈਂ ਕੋ, ਕਹਿੰਦੇ ਮੇਰਾ ਪੀਰ ਤੁਹਾਨੂੰ ਬੁਲਾ ਰਿਹਾ ਹੈ, ਤੁਹਾਨੂੰ ਸੱਦ ਰਿਹਾ ਹੈ। ਬਾਤ ਬੁਝੇਂਦਾ ਭੇਜਾ ਮੋਕੋ। ਕਹਿੰਦੇ ਕੋਈ ਗੱਲ ਪੁੱਛਣੀ ਚਾਹੁੰਦੇ ਨੇ, ਮੈਨੂੰ ਤੁਹਾਡੇ ਤਾਈਂ ਭੇਜਿਆ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਇਸ ਪ੍ਰਕਾਰ ਉਹਨੇ ਬੇਨਤੀ ਕੀਤੀ। ਕਹਿੰਦੇ ਮੇਰੇ ਪੀਰ ਨੇ ਤੁਹਾਨੂੰ ਬੁਲਾਇਆ ਹੈ, ਫਕੀਰ ਜੀਆਂ ਨੇ ਬੁਲਾਇਆ ਹੈ, ਕੋਈ ਗੱਲਬਾਤ ਪੁੱਛਣੀ ਚਾਹੁੰਦੇ ਨੇ। ਆਓ ਤੁਸੀਂ ਉਹਨਾਂ ਪਾਸ, ਬੇਨਤੀ ਹੈ ਤੁਸੀਂ ਉਸ ਥਾਂ ਤੇ ਆਓ। ਵਤ ਕਿੰਨਣ ਮੈਂ ਆਇਓ ਤਾਈ। ਔਰ ਮੈਂ ਛੇਤੀ ਨਾਲ ਧਾਈ ਤੁਹਾਡੇ ਤਾਈਂ ਮੈਂ ਤੁਹਾਡੇ ਕੋਲ ਆਇਆ ਹਾਂ। ਬੇਨਤੀ ਹੈ ਤੁਸੀਂ ਛੇਤੀ ਹੀ ਮੇਰੇ ਨਾਲ ਚੱਲਣਾ ਕਰੋ। ਜੁਲ ਦਰਵੇਸ਼ ਪੀਰ ਜੈ ਥਾਈ। ਜਿਸ ਥਾਂ ਤੇ ਪੀਰ ਹਨ, ਜਿਸ ਥਾਂ ਤੇ ਸਾਡੇ ਮੁਰਸ਼ਿਦ ਕਾਲ ਬੈਠੇ ਹੋਏ ਹਨ, ਉਸ ਥਾਂ ਹੀ ਤੁਹਾਨੂੰ ਬੁਲਾਇਆ ਹੈ। ਸੁਨ ਕੈ ਗਮਨ ਕੀਨ ਤਿਨ ਸਾਥਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਨਾਲ ਸੁਣਦਿਆਂ ਸਾਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਥਾਂ ਗਏ। ਪਹੁੰਚੇ ਤਾਂ ਜਾਏ ਜਗਨਾਥਾ। ਜਗਤ ਦੇ ਨਾਥ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜੇ ਉੱਚ ਦੇ ਸਨ, ਸੈਯਦ ਸਨ, ਉਹਨਾਂ ਦੇ ਕੋਲ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚੇ ਹਨ। ਲਈ ਦਸਤ ਬੋਸੀ ਉਠ ਪੀਰ। ਔਰ ਦਸਤ ਬੋਸੀ ਕਹੀਏ ਸਤਿਗੁਰੂ ਮਹਾਰਾਜ ਜੀਆਂ ਦੇ ਨਾਲ ਬੜੇ ਪ੍ਰੇਮ ਦੇ ਨਾਲ ਹੱਥ ਮਿਲਾ ਕੇ ਹੱਥ ਚੁੰਮਣਾ। ਪਾਤਸ਼ਾਹ ਜੀਆਂ ਦੇ ਨਾਲ ਦਸਤ ਬੋਸੀ ਇਸ ਪ੍ਰਕਾਰ ਮਿਲੇ ਹਨ। ਲਿਓ ਸਲਾਮ ਅਲੇਕ ਫਕੀਰ। ਔਰ ਮਹਾਰਾਜ ਜੀਆਂ ਨੂੰ ਸਲਾਮਾ ਅਲੈਕਮ ਕਹਿ ਕੇ ਇਸ ਪ੍ਰਕਾਰ ਪਾਤਸ਼ਾਹ ਜੀ ਨੂੰ ਮਿਲਿਆ। ਸਾਦਰ ਸੋ ਮਿਲ ਕੇ ਦਿਸ ਦੋ। ਪਾਤਸ਼ਾਹ ਜੀ ਦੇ ਨਾਲ ਦੋਵਾਂ ਪਾਸੇ ਜਿਸ ਵਕਤ ਮਿਲਾਪ ਹੋਇਆ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਔਰ ਦੂਸਰੇ ਪਾਸੇ ਉਹ ਪੀਰ ਜੀ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤਥਾ ਉਹ ਪੀਰ ਆਪਸ ਵਿੱਚ ਹਾਲ ਚਾਲ ਪੁੱਛਦੇ ਹਨ। ਬੈਠੇ ਬੌਰ ਹਿਰਦੇ ਹਿਤ ਹੋ। ਔਰ ਬੜੇ ਪ੍ਰੇਮ ਦੇ ਸਹਿਤ, ਬੜੇ ਪ੍ਰੇਮ ਦੇ ਨਾਲ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨਾਲ ਮਿਲ ਬੈਠ ਕਰਕੇ ਪਰਸਪਰ ਵਿਚਾਰ ਵਾਰਤਾਲਾਪ ਕੀਤੀ। ਨਿਜ ਸੰਸਾ ਖੋਵਨ ਕੇ ਕਾਰਨ। ਔਰ ਜਿਹੜਾ ਨਿਜ ਸੰਸਾ ਸੀ, ਜਿਹੜਾ ਸੰਸਾ ਮਨ ਦੇ ਅੰਦਰ ਸੀ, ਉਹ ਆਪਣਾ ਸੰਸਾ ਦੂਰ ਕਰਨ ਵਾਸਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨਾਲ ਬਚਨ ਕੀਤਾ। ਕਰੇ ਪੀਰ ਨੇ ਬਚਨ ਉਚਾਰਨ। ਔਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਬਚਨ ਕਹਿਣ ਲੱਗਾ ਹੈ। ਸਾਚ ਚਵੋ ਤੁਮ ਬਰ ਖੁਦਾਈ। ਇਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰੋ, ਤੁਸੀਂ ਸਾਨੂੰ ਇਸ ਜਗਤ ਬਾਬਤ ਸੱਚ ਦੱਸਣਾ ਕਰੋ। ਦਰਗੇ ਮੈਂ ਕਸ ਹਾਲ ਬਿਹਾਈ। ਮਹਾਰਾਜ ਦਰਗਾਹ ਦੇ ਅੰਦਰ ਕੀ ਹਾਲ ਹੁੰਦਾ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਇਸ ਪ੍ਰਕਾਰ ਉਹਨਾਂ ਨੇ ਬਚਨ ਕੀਤਾ। ਪੀਰ ਜੀਆਂ ਨੇ, ਮਹਾਰਾਜ ਜੀਵ ਸੰਸਾਰ ਦੇ ਅੰਦਰੋਂ ਚੜ੍ਹਾਈ ਕਰ ਜਾਣ ਪਛਾਤ ਦਰਗਾਹ ਦੇ ਅੰਦਰ ਕੀ ਹਾਲ ਹੁੰਦਾ ਹੈ। ਜਗਤ ਪ੍ਰਵਾਹ ਜਹਾਂ ਸਭ ਜਾਵੇ। ਇਸ ਪ੍ਰਕਾਰ ਇਹ ਜਗਤ ਦਾ ਪ੍ਰਵਾਹ ਜਦੋਂ ਸੰਪੰਨ ਜੀਵ ਸੰਸਾਰ ਤੋਂ ਚੜ੍ਹਾਈ ਕਰਕੇ ਜਾਏਗਾ, ਦਾ ਕੀ ਹਸ਼ਰ ਹੋਵੇਗਾ, ਕੀ ਹਾਲ ਹੋਵੇਗਾ। ਨਹੀਂ ਸਥਿਰ ਕੋ ਹੋਵਨ ਪਾਵੇ। ਕੋਈ ਸੰਸਾਰ ਦੇ ਅੰਦਰ ਤਾਂ ਮਹਾਰਾਜ ਕੋਈ ਸਥਿਰਤਾ ਹੈ ਨਹੀਂ, ਕੋਈ ਵੀ ਸਥਿਰ ਨਹੀਂ। ਜਿਨੇ ਵੀ ਸੰਸਾਰ ਦੇ ਅੰਦਰ ਜਨਮ ਲਿਆ ਹੈ, ਸੰਸਾਰ ਤੋਂ ਚਲਾਈਮਾਨ ਹੈ। ਸਤਿਗੁਰ ਪਨਿਓ
ਪੀਰ ਸੁਨ ਲੀਜੈ। ਹੁਣ ਮਹਾਰਾਜ ਜੀਆਂ ਨੇ ਉਹਨਾਂ ਦੀ ਗੱਲ ਸੁਣੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਜਿਹੜੀ ਉਹਨਾਂ ਨੇ ਬੇਨਤੀ ਕੀਤੀ, ਹੋਰ ਵਾਰਤਾਲਾਪ ਕਰਕੇ ਜੋ ਪੁੱਛਣਾ ਕੀਤਾ, ਮਹਾਰਾਜ ਦੱਸੋ ਇਹ ਜੀਵ ਦਾ ਦਰਗਾਹ ਦੇ ਅੰਦਰ ਕੀ ਹਾਲ ਹੁੰਦਾ ਹੈ। ਕਿਉਂਕਿ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਵਿੱਚ ਵੀ ਬੋਲ ਹਨ, ਅਮਲ ਸਿਰਾਨੋ ਲੇਖਾ ਦੇਨਾ, ਆਏ ਕਠਿਨ ਦੂਤ ਜਮ ਲੈਨਾ, ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਚਲ ਫੁਰਮਾਨ ਦਰਗਾਹ ਕਾ ਆਇਆ, ਕਰੋ ਅਰਦਾਸ ਗਾਵ ਕਿਛ ਬਾਕੀ, ਲੇਹੋ ਨਬੇਰ ਆਜ ਕੀ ਰਾਤੀ। ਕੱਪੜ ਰੂਪ ਸੁਹਾਵਨਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨ ਭਾਵਦੇ ਰਾਹ ਭੀੜਾ ਅੱਗਾ ਜਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ। ਪੀਰ ਜੀਆਂ ਨੇ ਪੁੱਛਿਆ, ਮਹਾਰਾਜ ਦੱਸੋ ਦਰਗਾਹ ਦੇ ਅੰਦਰ ਜੀਵ ਦਾ ਕੀ ਹਾਲ ਹੁੰਦਾ ਹੈ, ਕੀ ਅਸਰ ਹੁੰਦਾ ਹੈ। ਸਤਿਗੁਰ ਪਨਿਓ ਪੀਰ ਸੁਨ ਲੀਜੈ। ਮਹਾਰਾਜ ਕਹਿੰਦੇ ਪੀਰ ਜੀ ਸੁਨਣਾ ਕਰੋ, ਨਿਸ਼ਚੇ ਯਈ ਹਿਰਦੇ ਦ੍ਰਿੜ ਕੀਜੈ। ਔਰ ਆਪਣੇ ਹਿਰਦੇ ਅੰਦਰ ਇਹ ਬਾਤ ਨਿਸ਼ਚੇ ਤੁਸੀਂ ਦ੍ਰਿੜ ਕਰਨਾ ਕਰੋ। ਤਨ ਮਨ ਸੰਗ ਰਹਿਤ ਜੋ ਸਾਚੇ। ਜਿਹੜਾ ਤਨ ਕਰਕੇ ਮਨ ਕਰਕੇ ਅੰਤਰੀਵ ਤੌਰ ਤੇ ਮਾਲਕ ਸੰਗ ਜੁੜਿਆ ਹੋਇਆ ਹੈ, ਪ੍ਰਭੂ ਦੇ ਨਾਲ ਜੋ ਜੁੜਿਆ ਹੋਇਆ ਹੈ, ਜਗਤ ਗਰਤ ਤੇ ਸੇਉ ਬਾਚੇ। ਉਹ ਜਗਤ ਦੇ ਅੰਦਰ ਗਲਣ ਤੋਂ ਬਚ ਜਾਂਦੇ ਹਨ। ਜਗਤ ਦੇ ਅੰਦਰ ਉਹ ਲੁਭਾਏਮਾਨ ਨਹੀਂ ਹੁੰਦੇ, ਉਹ ਬਚ ਜਾਂਦੇ ਹਨ। ਪ੍ਰਭੂ ਦੇ ਚਰਨਾਂ ਸੰਗ ਜੁੜ ਕਰਕੇ ਉਹ ਸੰਸਾਰ ਤੋਂ ਬਚ ਜਾਂਦੇ ਹਨ। ਸਾਚੇ ਸੰਗ ਰਤੇ ਚਿਤ ਜਾਈ। ਜਿਨ੍ਹਾਂ ਦਾ ਚਿੱਤ ਸੱਚੇ ਸੰਗ ਰਤਿਆ ਹੋਇਆ ਹੈ, ਜਿਨ੍ਹਾਂ ਦਾ ਅੰਦਰ ਚਿੱਤ ਪਰਿਪੂਰਨ ਪਰਮਾਤਮਾ ਸੱਚੇ ਸੰਗ ਜੁੜਿਆ ਹੋਇਆ ਹੈ। ਵਿਸ਼ਿਆਨ ਵਿਖੇ ਲਿਪਾਏ ਜੇ ਨਾਈ। ਉਹ ਵਿਸ਼ਿਆਂ ਦੇ ਅੰਦਰ ਵਿਕਾਰਾਂ ਦੇ ਅੰਦਰ ਲਪਾਏ ਮਾਨ ਨਹੀਂ ਹੁੰਦੇ, ਉਹਦੇ ਵਿਕਾਰਾਂ ਅੰਦਰ ਨਹੀਂ ਲਿਪੇ, ਉਹ ਉਹਨਾਂ ਤੋਂ ਬਚੇ ਹੋਏ ਹਨ। ਸੰਸਾਰ ਦੇ ਅੰਦਰ ਕਿਹੜੇ ਮਹਾਰਾਜ? ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਭਾਈ ਜਿਹੜੇ ਅੰਤਰੀਵ ਤੌਰ ਤੇ ਤਨ ਕਰਕੇ ਮਨ ਕਰਕੇ ਸਾਹਿਬ ਦੇ ਨਾਲ ਜਿਹੜੇ ਪਾਵਨ ਪਵਿੱਤਰ ਬਾਣੀ ਸੰਗ ਜੁੜੇ ਹੋਏ ਹਨ, ਮਹਾਰਾਜ ਕਹਿਣ ਲੱਗੇ ਭਾਈ ਉਹ ਉਹਨਾਂ ਵਿਕਾਰਾਂ ਤੋਂ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ। ਨਾਨਕ ਜਿਉ ਮਥਨ ਮਾਧਾਨੀਆਂ ਤਿਉ ਮਥੇ ਧਰਮ ਰਾਏ। ਸਤਿਗੁਰੂ ਜੀਆਂ ਨੇ ਪਾਵਨ ਪਵਿੱਤਰ ਬਾਣੀ ਅੰਦਰ ਵੀ ਅਨੇਕਾਂ ਥਾਵਾਂ ਤੇ ਮਹਾਰਾਜ ਜੀਆਂ ਨੇ ਬਚਨ ਕੀਤੇ ਹਨ। ਰੇ ਰੇ ਦਰਗਾਹ ਕਹੈ ਨਾ ਕੋ, ਆਓ ਬੈਠ ਆਦਰ ਸੁਭ ਦੇਵ। ਸਤਿਗੁਰੂ ਮਹਾਰਾਜ ਜੀਆਂ ਨੇ ਸਪਸ਼ਟ ਤੌਰ ਤੇ ਪਾਵਨ ਪਵਿੱਤਰ ਬਾਣੀ ਅੰਦਰ ਇਹ ਬਚਨ ਕਹੇ ਹਨ। ਉਹ ਵੱਖਰੀ ਬਾਤ ਹੈ, ਕੋਈ ਇਹਨਾਂ ਬਚਨਾਂ ਨੂੰ ਕਿਸ ਪ੍ਰਕਾਰ ਮੰਨਦਾ ਹੈ। ਵਰਨਾ ਸੰਸਾਰ ਦੇ ਅੰਦਰ ਤਾਂ ਇਹੋ ਕਈ ਵਾਰੀ ਮੁਹਾਵਰੇ ਵੀ ਅਖਾਣਾ ਵੀ ਬਣੀਆਂ ਹਨ ਕਿ ਇਹ ਜੱਗ ਮਿੱਠਾ ਤੇ ਅਗਲਾ ਕਿੰਨੇ ਡਿੱਠਾ। ਭਾਈ ਜੇ ਆਪਾਂ ਨਹੀਂ ਡਿੱਠਾ, ਜਿਨ੍ਹਾਂ ਨੇ ਡਿੱਠਾ ਹੈ ਉਹਨਾਂ ਨੇ ਹਾਲ ਵਰਣਨ ਕੀਤਾ ਹੈ। ਜਿਨ੍ਹਾਂ ਨੇ ਭਾਈ ਤੱਕਿਆ ਹੈ ਉਹਨਾਂ ਨੇ ਕਹਿ ਦਿੱਤਾ। ਸਤਿਕਾਰਯੋਗ ਬਾਬਾ ਕਬੀਰ ਸਾਹਿਬ ਮਹਾਰਾਜ, ਭਗਤ ਰਵਿਦਾਸ ਸਾਹਿਬ ਜੀ, ਦਰਵੇਸ਼ ਰੂਹਾਂ ਨੇ ਪਾਵਨ ਪਵਿੱਤਰ ਬਾਣੀ ਅੰਦਰੋਂ ਬਚਨ ਲਿਖੇ ਹੋਏ ਹਨ। ਹੁਣ ਜਦੋਂ ਪੀਰ ਜੀਆਂ ਨੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਤੋਂ ਜਿਸ ਵਕਤ ਸਾਧ ਸੰਗਤ ਜੀਓ ਬੋਲ ਬਚਨ ਕੀਤੇ, ਮਹਾਰਾਜ ਉਹ ਦੱਸ ਰਹੇ ਹਨ, ਸਾਧ ਸੰਗਤ ਜੀਓ ਇਹ ਉਹ ਉੱਚ ਜਾਤੀ ਦੇ ਸੈਯਦ ਹਨ ਜਿਹੜੇ ਪਾਤਸ਼ਾਹ ਜੀਆਂ ਨੂੰ ਅਰਬ ਦੀ ਜਿਸ ਵਕਤ ਮਹਾਰਾਜ ਜੀਆਂ ਨੇ ਯਾਤਰਾ ਕੀਤੀ ਮੱਕੇ ਦੀ, ਉੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਮਿਲੇ ਸਨ। ਉੱਥੇ ਵੀ ਇਹਨਾਂ ਦੀ ਵਾਰਤਾਲਾਪ ਹੋਈ ਸੀ। ਉੱਚ ਜਾਤੀ ਦੇ ਜਿਹੜੇ ਸੈਯਦ ਸਨ, ਉੱਚ ਨਗਰ ਵੀ ਵੱਜਦਾ ਹੈ, ਉੱਥੋਂ ਦੇ ਜਿਹੜੇ ਸੈਯਦ ਨੇ ਪਾਤਸ਼ਾਹ ਜੀਆਂ ਦੇ ਨਾਲ ਜਿਨ੍ਹਾਂ ਦੀ ਵਾਰਤਾਲਾਪ ਹੋ ਰਹੀ ਹੈ। ਅਗਾਂਹ ਸਾਧ ਸੰਗਤ ਜੀਓ ਜਦੋਂ ਆਪਾਂ 10ਵੇਂ ਜਾਮੇ ਵਿੱਚ ਪੜ੍ਹਨੇ ਹਾਂ ਕਿ ਮਹਾਰਾਜ ਜੀ ਜਿਸ ਵਕਤ ਜਾ ਰਹੇ ਸਨ ਮਾਛੀਵਾੜੇ ਦੇ ਜੰਗਲਾਂ ਤੋਂ, ਪਾਤਸ਼ਾਹ ਜਦੋਂ ਉੱਚ ਦੇ ਪੀਰ ਬਣੇ ਹਨ, ਰਸਤੇ ਵਿੱਚ ਮਹਾਰਾਜ ਜੀਆਂ ਨੂੰ ਰੋਕ ਕਰਕੇ ਜਿਸ ਵਕਤ ਕਹਿਣ ਲੱਗੇ ਕੌਣ ਜਾ ਰਹੇ ਹਨ, ਭਾਈ ਦਇਆ ਸਿੰਘ ਉੱਤਰ ਦੇਣ ਲੱਗੇ ਉੱਚ ਦੇ ਪੀਰ ਜਾ ਰਹੇ ਹਨ। ਜਦੋਂ ਉਹਨਾਂ ਨੇ ਮਹਾਰਾਜ ਜੀਆਂ ਵੱਲੇ ਤੱਕਿਆ, ਉਹਨਾਂ ਕਿਹਾ ਵੀ ਠੀਕ ਹੈ ਉੱਚ ਦੇ ਪੀਰ ਹਨ। ਹੁਣ ਨਹੀਂ ਤਾਂ ਸਾਧ ਸੰਗਤ ਜੀਓ, ਹੁਣ
ਪੀਰਾਂ ਦੇ ਅੰਦਰ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਅੰਦਰ। ਕਿਉਂਕਿ ਜਿਹੜੇ ਪੀਰ ਲੋਕ ਹਨ, ਮੁਸਲਮਾਨ ਲੋਕ, ਇਹ ਤਾਂ ਜਿਹੜੇ ਆਪਣੇ ਲੱਭ ਕਟਾਉਂਦੇ ਹਨ, ਮੁੱਛਾਂ ਕਟਾਉਂਦੇ ਹਨ, ਦਾੜੀ ਇੱਕ ਰੱਖਦੇ ਹਨ, ਪਰ ਸਤਿਗੁਰੂ ਮਹਾਰਾਜ ਜੀਆਂ ਦੇ ਕੇਸ ਸਾਬਤ ਹਨ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ ਜਦੋਂ ਪਹਿਲੇ ਜਾਮੇ ਵਿੱਚ ਇਹਨਾਂ ਦੀ ਮੁਲਾਕਾਤ ਹੋਈ ਸੀ, ਜਿਹੜੇ ਉਸ ਵਕਤ ਗੱਦੀ ਦੇ ਉੱਪਰ ਸਨ, ਮਹਾਰਾਜ ਜੀਆਂ ਤੋਂ ਜਦੋਂ ਇਹਨਾਂ ਨੇ ਬਚਨ ਪੁੱਛਿਆ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਕਿਹਾ ਸੀ, ਭਾਈ ਤੁਸੀਂ ਕੇਸ ਨਾ ਕਤਲ ਕਰਵਾਇਓ। ਜਿਹੜੇ ਉਸ ਵਕਤ ਗੱਦੀਦਾਰ ਸਨ, ਉੱਚ ਜਾਤੀ ਦੇ ਜਿਹੜੇ ਸੈਯਦ ਸਨ, ਬਾਕੀ ਕਟਾਉਂਦੇ ਰਹੇ, ਪਰ ਜਿਹੜਾ ਇਹਨਾਂ ਦਾ ਗੱਦੀਦਾਰ ਸੀ ਅੱਗੇ ਅੱਗੇ, ਉਹਨਾਂ ਨੇ ਫਿਰ ਕੇਸ ਕਤਲ ਕਰਨੇ, ਮੁੱਛਾਂ ਕਟਾਉਣੀਆਂ ਬੰਦ ਕਰ ਦਿੱਤੀਆਂ। ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਪਤਾ ਸੀ, ਉਸ ਵਕਤ ਪਤਾ ਸੀ ਵੀ ਜਿਹੜੇ ਸੈਯਦ ਨੇ, ਉੱਚ ਜਾਤੀ ਦੇ ਸੈਯਦ ਨੇ, ਇਹ ਆਪਣੇ ਕੇਸ ਕਤਲ ਨਹੀਂ ਕਰਾਉਂਦੇ, ਮੁੱਛਾਂ ਨਹੀਂ ਕਟਾਉਂਦੇ, ਭਾਵੇਂ ਉਹ ਮੁਸਲਮਾਨ ਹੀ ਸਨ, ਪਰ ਉਹ ਕੇਸ ਨਹੀਂ ਸਨ ਕਤਲ ਕਰਾਉਂਦੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਤੋਂ ਜਦੋਂ ਵਾਹਿਗੁਰੂ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੋਂ ਪੁੱਛਿਆ ਕੌਣ ਨੇ, ਕਹਿੰਦੇ ਜੀ ਉੱਚ ਦੇ ਪੀਰ ਜਾ ਰਹੇ। ਹੁਣ ਮਹਾਰਾਜ ਜੀਆਂ ਦੇ ਕੇਸ ਸਾਬਤ ਨੇ, ਜਿਹੜੇ ਉੱਚ ਜਾਤੀ ਦੇ ਸੈਯਦ ਨੇ, ਹੁਣ ਉਹਨਾਂ ਦੇ ਵੀ ਕੇਸ ਜਿਹੜੇ ਨੇ ਉਹ ਸਾਬਤ ਨੇ। ਸਤਿਗੁਰੂ ਗੁਰੂ ਨਾਨਕ ਦੇਵ ਜੀਆਂ ਦੇ ਨਾਲ ਜਿਸ ਵਕਤ ਪਰਸਪਰ ਵਿਚਾਰ ਹੋਣ ਲੱਗੀ, ਮਹਾਰਾਜ ਦੱਸੋ ਉਹਨਾਂ ਦਾ ਕੀ ਹਸ਼ਰ ਹੈ। ਪਾਤਸ਼ਾਹ ਉਹ ਦੱਸ ਰਹੇ ਹਨ, ਸਾਚੇ ਸੰਗ ਰਤੇ ਚਿਤ ਜਾਈ, ਜਿਨ੍ਹਾਂ ਦਾ ਚਿੱਤ ਸੱਚੇ ਸੰਗ ਰਤਿਆ ਹੋਇਆ ਹੈ, ਵਿਸ਼ਿਆਨ ਬਿਕੇ ਲਿਪਾਏ ਜੇ ਨਾਈ, ਉਹ ਵਿਸ਼ਿਆਂ ਦੇ ਵਿੱਚ ਨਹੀਂ ਲਪਾਏ ਮਾਣ ਹੁੰਦੇ। ਸ਼ੋਭਾ ਕੇ ਸਮੇਤ ਸੋ ਜਾਈ, ਭਾਈ ਉਹ ਸ਼ੋਭਾ ਸੰਗ ਜਾਂਦੇ ਹਨ। ਭਾਈ ਉਹ ਮਾਲਕ ਜੀ ਦੇ ਘਰ ਦੇ ਅੰਦਰ ਸ਼ੋਭਾ ਵਤ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਜਿਨ ਮਨ ਵਸਿਆ ਸੇ ਦਰ ਸਾਚੇ, ਦਰ ਸਾਚਾ ਸਚਿਆਰਾ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਭਾਈ ਉਹਨਾਂ ਦੀ ਸੰਸਾਰ ਦੇ ਅੰਦਰ ਦੂਣ ਸਵਾਈ ਸ਼ੋਭਾ ਹੁੰਦੀ ਹੈ। ਦਰਗੇ ਮੈਂ ਬਹੁ ਆਦਰ ਪਾਈ, ਤਥਾ ਭਾਈ ਉਹ ਦਰਗਾਹ ਦੇ ਅੰਦਰ ਵੀ ਉਹਨਾਂ ਨੂੰ ਮਾਣ ਪ੍ਰਾਪਤ ਹੁੰਦਾ ਹੈ। ਤਨ ਮੈਂ ਪੈਰ ਬੇਕ ਧਰ ਕੂੜੇ, ਹੁਣ ਭਾਈ ਜਿਨ੍ਹਾਂ ਨੇ ਸੰਸਾਰ ਦੇ ਅੰਦਰ ਭਾਈ ਕੇਵਲ ਵਿਖਾਵਿਆਂ ਵੱਤ ਹੀ ਲਿਬਾਸ ਪਾਏ ਹਨ, ਮਨ ਕੇ ਮੂੜ ਮੰਦ ਮਤ ਮੂੜੇ, ਮਨ ਦੇ ਮੂੜ ਤਥਾ ਮਤ ਦੇ ਮੂੜੇ ਲੋਕ ਹਨ। ਕਾਮ ਕ੍ਰੋਧ ਲਬ ਮੋਹ ਹੰਕਾਰਾ, ਤਥਾ ਉਹ ਵਿਕਾਰਾਂ ਅੰਦਰ, ਕਾਮ ਅੰਦਰ, ਕ੍ਰੋਧ ਅੰਦਰ, ਲੋਭ ਮੋਹ ਤਥਾ ਅਹੰਕਾਰ ਅੰਦਰ, ਪੰਜ ਦੁਸ਼ਟ ਕੇ ਨਿਤ ਅਨੁਸਾਰਾ, ਜਿਹੜੇ ਭਾਈ ਇਹਨਾਂ ਪੰਜਾਂ ਵਿਕਾਰਾਂ ਅਨੁਸਾਰੀ ਹੋ ਕੇ ਜੀਵਨ ਜਿਉਂਦੇ ਹਨ। ਤਿਨ ਕੋ ਦਰਗੇ ਥਾਉ ਨ ਕਾਈ, ਭਾਈ ਉਹਨਾਂ ਨੂੰ ਦਰਗਾਹ ਦੇ ਅੰਦਰ ਕਿਹੜੀ ਥਾਂ ਨਸੀਬ ਹੋਣੀ ਹੈ, ਉਹਨਾਂ ਨੂੰ ਕੋਈ ਜਗ੍ਹਾ ਨਸੀਬ ਨਹੀਂ ਹੁੰਦੀ। ਆਵਾ ਗੌਣ ਵਿਖੇ ਪਰਮਾਈ, ਉਹ ਆਵਾ ਗੌਣ ਦੇ ਅੰਦਰ ਹੀ, ਸੰਸਾਰ ਦੇ ਅੰਦਰ, ਇਸੇ ਭਟਕਣਾ ਦੇ ਅੰਦਰ ਹੀ ਉਹ ਭਟਕਦੇ ਰਹਿੰਦੇ ਹਨ। ਇਹ ਬਚਨ ਬਿਲਾਸ ਸਾਧ ਸੰਗਤ ਜੀਓ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਉਹ ਸੈਯਦ ਜੀ ਨੇ ਬਚਨ ਕੀਤੇ, ਸਤਿਗੁਰੂ ਮਹਾਰਾਜ ਜੀਆਂ ਨੇ ਇਸ ਪ੍ਰਕਾਰ ਉੱਤਰ ਦਿੱਤੇ ਹਨ। ਸੋ ਸਾਧ ਸੰਗਤ ਜੀਓ, ਇੱਥੇ ਹੀ ਸਮਾਂ ਸੰਪੰਨ ਹੈ। ਕਥਾ ਵਾਰਤਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸੋ ਦੋ ਬੇਨਤੀਆਂ ਹਨ। ਇੱਕ ਤਾਂ ਇਹਨਾਂ ਸਥਾਨਾਂ ਤੇ ਕੱਲ ਤੋਂ 6ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਦੇ ਪਲੱਸ 2 ਤੱਕ ਦੇ ਬੱਚਿਆਂ ਦੇ ਗੁਰਮਤਿ ਦੇ ਕੈਂਪ ਲੱਗ ਰਹੇ ਹਨ। ਕੱਲ ਤੋਂ 14 ਤਰੀਕ ਤੋਂ 9 ਵਜੇ ਤੋਂ ਰਜਿਸਟ੍ਰੇਸ਼ਨ ਹੋਣੀ ਸ਼ੁਰੂ ਹੋਵੇਗੀ। ਸੋ ਭਾਈ ਆਪਣੇ ਬੱਚਿਆਂ ਨੂੰ ਪਾਵਨ ਪਵਿੱਤਰ ਮਹਾਰਾਜ ਜੀਆਂ ਦੇ ਸਥਾਨਾਂ ਤੇ ਗੁਰਮਤਿ ਕੈਂਪ ਦੇ ਅੰਦਰ ਸਾਧ ਸੰਗਤ ਜੀਓ ਭੇਜਣ ਦੀ ਕਿਰਪਾਲਤਾ ਕਰਨੀ ਜੀ। ਔਰ ਸਾਧ ਸੰਗਤ ਜੀਓ, 6ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਪ੍ਰਕਾਸ਼ ਦਿਹਾੜਿਆਂ ਦੇ ਸੰਬੰਧ ਵਿੱਚ ਹਰ ਸਾਲ ਹੀ ਸੰਗਤਾਂ 15 ਤਰੀਕ ਨੂੰ ਜੋ ਮਹਾਰਾਜ ਜੀਆਂ ਦੇ ਪ੍ਰਕਾਸ਼ ਪੁਰਬ ਹਨ, ਅੱਜ ਪਾਠ ਵੀ ਆਰੰਭ ਹੋਏ ਹਨ। ਇਹਨਾਂ ਸਥਾਨਾਂ ਤੇ ਸੰਗਤਾਂ ਘਰ ਤੋਂ ਮਿੱਸੇ ਪ੍ਰਸ਼ਾਦੇ ਬਣਾ ਕੇ ਲੰਗਰ ਹਾਲ ਵਿੱਚ ਵਰਤਾਉਂਦੇ ਹਨ, ਲੱਸੀ, ਮਿੱਸੇ ਪ੍ਰਸ਼ਾਦੇ, ਦਹੀਂ ਆਦਿ। ਸੋ ਸਾਧ ਸੰਗਤ ਜੀਓ, ਬੇਨਤੀ ਹੈ ਪਰਸੋਂ ਨੂੰ ਸਤਿਗੁਰੂ ਮਹਾਰਾਜ ਜੀਆਂ ਦੇ ਸਥਾਨਾਂ ਤੇ ਮਿੱਸੇ ਪ੍ਰਸ਼ਾਦਿਆਂ ਦੀ ਵੀ ਸੇਵਾ ਕਰਨੀ। ਔਰ 15 ਤਰੀਕ ਨੂੰ ਹੀ ਨਗਰ ਕੀਰਤਨ ਧਰਮਪੁਰਾ ਬਾਜ਼ਾਰ ਗੁਰਦੁਆਰਾ ਨਵੀਨ ਸਿੰਘ ਸਭਾ ਤੋਂ ਨਗਰ ਕੀਰਤਨ ਪ੍ਰਾਰੰਭ ਹੋਣਗੇ।
ਛੇਵੇਂ ਪਾਤਸ਼ਾਹ ਮਹਾਰਾਜ ਜੀਆਂ ਦੇ ਪ੍ਰਕਾਸ਼ ਗੁਰਪੁਰਬ ਦੀਆਂ ਖੁਸ਼ੀਆਂ ਅੰਦਰ ਸੋ ਪਰਸੋਂ ਭਾਈ ਨਗਰ ਕੀਰਤਨਾਂ ਵਿੱਚ ਵੀ ਸ਼ਮੂਲੀਅਤ ਕਰਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮਾ ਅਬਨਾਸੀ ਅਗ ਹੇ ਪੂਰਨ ਹੈ ਸਰਬ ਮੈਂ ਸੁਖ ਪੰਜਨ ਗੁਣਤਾ ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾਂ ਕੀ ਸਦਾ ਬਬੇ ਹੇ ਅਪਰੰਪਰ ਹਰ ਹਰੇ ਹੈ ਪੀਓ ਅਣਹਾਰ ਹੇ ਸੰਤਾ ਕੈ ਸਦਾ ਸੰਗ ਧਾਰਾ ਆਧਾਰ ਹੇ ਠਾਕੁਰ ਹੋਂ ਦਾਸ ਰੂ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜਾ ਨਾਮ ਦਾਨ ਕੋਈ ਐ ਪਰੋਏ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤੇ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੀਮ ਦੇ ਗੁਰ ਪਾਰੇ ਉਤਾਰ ਨਿਆਲ ਜੋ ਸ਼ਰਧਾ ਕਰ ਸੀਮ ਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।